ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਖਾਲਸਾ ਰਾਜ ਸੀਜ਼ਨ 1। ਅੱਜ ਸਾਡੀ ਮੁਲਾਕਾਤ ਹੋਣ ਵਾਲੀ ਹੈ ਸਰਦਾਰ ਗੁਰਮੀਤ ਸਿੰਘ ਜੀ ਦੇ ਨਾਲ, ਜੋ ਕਿ ਕਾਰਪੋਰੇਟ ਬੈਕਗਰਾਊਂਡ ਤੋਂ ਨੇ, ਸਿੱਖੀਜ਼ਮ ਨੂੰ ਪ੍ਰੈਕਟਿਸ ਕਰਦੇ ਪਏ ਨੇ, ਸਿੱਖ ਪੋਲਿਟਿਕਸ ਦੇ ਵਿੱਚ ਕਾਫੀ ਜ਼ਿਆਦਾ ਰੁਚੀ ਰੱਖਦੇ ਨੇ। ਤੇ ਅੱਜ ਆਪਾਂ ਸੁਣਾਂਗੇ ਉਹਨਾਂ ਦੇ ਵਿਚਾਰ ਕਿ ਉਹ ਕੀ ਸੋਚਦੇ ਨੇ ਖਾਲਸਾ ਰਾਜ ਦੇ ਬਾਰੇ ਤੇ ਕਿਉਂ ਸਾਨੂੰ ਜ਼ਰੂਰਤ ਹੈ ਇਸ ਟਾਈਮ ਖਾਲਸਾ ਰਾਜ ਦੀ। ਲੈਟਸ ਮੀਟ ਸਰਦਾਰ ਗੁਰਮੀਤ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਜੀ। ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਮੀਤ ਸਿੰਘ ਜੀ, ਵੈਲਕਮ ਟੂ ਖਾਲਸਾ ਰਾਜ YouTube ਚੈਨਲ ਦੇ ਸੀਜ਼ਨ 1 ਤੇ, ਜਿਸ ਦੇ ਵਿੱਚ ਮੈਂ ਇੱਕ ਕੁਇਕ ਇੰਟਰੋਡਕਸ਼ਨ ਦੇਵਾਂਗਾ। ਆਪ ਜੀ ਨਾਲ ਮੇਰੀ ਪਹਿਲਾਂ ਵੀ ਡਿਸਕਸ਼ਨ ਹੋਈ ਸੀ ਤੇ ਹਾਂਜੀ ਇੱਕ ਵਾਰੀ ਜਸਟ ਵਿਊਅਰਸ ਦੇ ਵਾਸਤੇ ਮੈਂ ਇੱਕ ਵਾਰੀ ਦੁਬਾਰਾ ਤੋਂ ਇੰਟਰੋਡਕਸ਼ਨ ਦੇਣਾ ਚਾਹੁੰਦਾ ਕਿ ਅਸੀਂ ਇਸ ਐਪੀਸੋਡ ਦੇ ਵਿੱਚ ਡਿਸਕਸ ਕਰਾਂਗੇ 5W1H of ਖਾਲਸਾ ਰਾਜ, ਯਾਨੀ ਕਿ what, where, why, who, when and how of ਖਾਲਸਾ ਰਾਜ। ਆਪ ਜੀ ਨੂੰ ਕੀ ਲੱਗਦਾ ਹੈ ਕਿ ਕਿਆ ਹੈ, ਕਿਉਂ ਚਾਹੀਦਾ ਹੈ ਖਾਲਸਾ ਰਾਜ, ਕਦੋਂ ਆਏਗਾ, ਕੌਣ ਲੈ ਕੇ ਆਏਗਾ? ਇਵੇਂ ਦੇ ਨੇ ਕਿ ਪਾਸਟ ਸੇ ਸੀਗਾ ਆਪਣਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ, ਜਾਂ ਆਲਰੇਡੀ ਚੱਲਦਾ ਪਿਆ ਕਿਉਂਕਿ ਖਾਲਸਾ ਆਲਰੇਡੀ ਕਾਫੀ ਉੱਚੀ ਉੱਚੀ ਪੋਜੀਸ਼ਨਸ ਤੇ ਬੈਠੇ ਹੋਏ ਆਲ ਅਰਾਊਂਡ ਦਾ ਵਰਲਡ, ਜਾਂ ਹਜੇ ਆਣਾ ਹੈ? ਤੇ ਇਸ ਬਾਰੇ ਆਪ ਜੀ ਦੇ ਕੀ ਵਿਊਜ਼? ਠੀਕ ਹੈ, ਕੋਸ਼ਿਸ਼ ਕਰਾਂਗਾ ਜੀ ਜਿੰਨੀ ਕੀ ਸੋਝੀ ਰੱਬ ਨੇ ਬਖਸ਼ੀ ਹੈ, ਔਰ ਜਿੰਨਾ ਕੁ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਤੇ ਆਪ ਵਰਗੇ ਸਿੰਘਾਂ ਨਾਲ ਸੰਗਤ ਕਰਨ ਦਾ ਮੌਕਾ ਮਿਲਿਆ ਤੇ ਸਿੱਖਣ ਦਾ ਮੌਕਾ ਮਿਲਿਆ, ਤੇ ਜੋ ਵੀ ਅੰਡਰਸਟੈਂਡਿੰਗ ਹੋਈ ਹੈ ਆਪਾਂ ਇਹਨੂੰ ਇੱਕ ਕਨਵਰਸੇਸ਼ਨ ਦੇ ਰੂਪ 'ਚ ਵੀ ਲੈ ਕੇ ਜਾਵਾਂਗੇ। ਇਸ 'ਚ ਮੈਂ ਕੋਸ਼ਿਸ਼ ਕਰਾਂਗਾ ਕਿ ਪਹਿਲਾਂ ਮੈਂ ਦੱਸਾਂ, ਫਿਰ ਤੁਸੀਂ ਵਿਚਕਾਰ ਕੁਝ ਪੁੱਛ ਸਕਦੇ ਹੋ। ਨਾਓ ਖਾਲਸਾ ਰਾਜ, ਪਹਿਲਾਂ ਤੇ ਆਪਾਂ ਨਾ, ਮੈਂ ਹਮੇਸ਼ਾ ਕਹਿੰਦਾ ਕਿ ਇਹ ਦੋ ਸ਼ਬਦਾਂ ਨੂੰ ਪਹਿਲਾਂ ਅਲੱਗ-ਅਲੱਗ ਕਰੀਏ, ਕਿ ਪਹਿਲਾਂ ਅਸੀਂ ਅੰਡਰਸਟੈਂਡ ਕਰੀਏ ਖਾਲਸਾ ਕੀ ਚੀਜ਼ ਹੈ ਤੇ ਰਾਜ ਕੀ ਚੀਜ਼ ਹੈ। ਇਹ ਦੋ ਚੀਜ਼ ਬਹੁਤ ਇੰਪੋਰਟੈਂਟ ਹੈ ਕਿਉਂਕਿ ਦੋਨਾਂ ਦਾ ਕੰਬੀਨੇਸ਼ਨ ਹੋ ਕੇ ਇੱਕ ਮਾਡਲ ਆਉਂਦਾ ਹੈ ਸੰਸਾਰ ਦੇ ਸਾਹਮਣੇ। ਖਾਲਸਾ ਕੀ ਹੈ? ਹੁਣ ਅਗਰ ਆਪਾਂ ਭਾਈ ਕਾਹਨ ਸਿੰਘ ਜੀ ਨਾਭਾ ਨੂੰ ਜਾਈਏ ਮਹਾਨ ਕੋਸ਼ ਵਿੱਚ, ਤਾਂ ਉਹਨਾਂ ਨੇ ਅਲੱਗ-ਅਲੱਗ ਡੈਫੀਨੇਸ਼ਨਸ ਦਿੱਤੀਆਂ ਨੇ। ਅਗਰ ਤੁਸੀਂ ਵਿਸ਼ੇਸ਼ਣ ਤੌਰ ਤੇ ਲਓਗੇ ਤੇ ਉਸ 'ਚ ਲਿਖਿਆ ਕਿ ਜਿਹੜਾ ਸ਼ੁੱਧ ਹੈ, ਜਿਹੜਾ ਬਿਨਾਂ ਮਿਲਾਵਟ ਤੋਂ ਹੈਗਾ ਹੈ, ਉਹ ਖਾਲਸਾ ਹੈਗਾ ਹੈ। ਜਿਹੜਾ ਅਗਰ ਆਪਾਂ ਨਾਉਨ ਦੀ ਗੱਲ ਕਰੀਏ ਤੇ ਨਾਉਨ ਵਿੱਚ ਆ ਜਾਏਗਾ ਕਿ ਉਹ ਮਲਕੀਅਤ ਜਾਂ ਜ਼ਮੀਨ ਜਿਹੜੀ ਸਿੱਧਾ ਬਾਦਸ਼ਾਹ ਜਾਂ ਅਕਾਲ ਪੁਰਖ ਦੇ ਅੰਡਰ ਹੋਵੇ। ਇਹ ਅਗਰ ਅਸੀਂ ਨਾਉਨ ਦੇ ਰੂਪ 'ਚ ਰਹੀਏ। ਫਿਰ ਖਾਲਸਾ ਵਰਡ ਜਿਹੜਾ ਫਸਟ ਟਾਈਮ ਗੁਰਬਾਣੀ ਵਿੱਚ ਯੂਜ਼ ਹੋਇਆ, ਉਹ ਭਗਤ ਕਬੀਰ ਜੀ ਨੇ ਯੂਜ਼ ਕੀਤਾ, ਜਿਸ ਉਹਨਾਂ ਨੇ ਕਿਹਾ ਕਿ ਕਹਿ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤ ਜਹ ਜਾਨੀ। ਹੁਣ ਉੱਥੇ ਵੀ ਪ੍ਰੇਮ ਤੇ ਭਗਤੀ ਦੀ ਗੱਲ ਹੈਗੀ ਹੈ। ਤਾਂ ਜਿਹੜਾ ਬੇਸ ਹੈਗਾ ਹੈ ਉਹ ਉਹੀ ਹੈ, ਪ੍ਰੇਮ ਭਗਤੀ ਜਿਹੜੀ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਨਾਲ ਹੋਵੇ। ਇਹ ਹੈ ਖਾਲਸਾ ਦੀ ਬੇਸਿਕ ਡੈਫੀਨੇਸ਼ਨ। ਤੇ ਹੁਣ ਆ ਜਾਓ ਰਾਜ। ਰਾਜ ਕੀ ਚੀਜ਼ ਹੈ? ਰਾਜ ਹੈਗਾ ਹੈ ਟੂ ਗਵਰਨ ਔਰ ਟੂ ਰੂਲ। ਹੁਣ ਰਾਜ ਦੇ ਬੇਸਿਕ ਦੋ ਮਾਪਦੰਡ ਹੁੰਦੇ ਨੇ। ਇੱਕ ਤੇ ਹੁੰਦਾ ਹੈ ਕਿ ਜਿਹੜੇ ਰਿਸੋਰਸਿਸ ਨੇ ਉਹਦੀ ਵੰਡ ਤੇ ਨਿਆਂ ਕਰਨਾ, ਰਾਜ ਦਾ ਕੰਮ ਇਹ ਹੁੰਦਾ ਹੈ। ਹਾਂ ਦੇਖੋ, ਹੁੰਦਾ ਕੀ ਹੈ ਕਿ ਰਾਜ ਬੰਦਾ ਕਿਹਦੇ ਉੱਪਰ ਕਰਦਾ ਹੈ? ਕੁਦਰਤ ਦੇ ਜਿਹੜੇ ਰਿਸੋਰਸਿਸ ਨੇ ਜਾਂ ਖਿੱਤਾ ਹੈ, ਉਹ ਕੁਦਰਤ ਦਾ ਪਾਰਟ ਹੈ, ਜੋਗ੍ਰਾਫੀਕਲ ਪਾਰਟ ਹੈ। ਜਿਵੇਂ ਚਾਹੇ ਉਹ ਏਰੀਆ ਹੋਵੇ ਜਾਂ ਕੋਈ ਰਿਸੋਰਸਿਸ ਹੋ ਨੈਚੁਰਲ, ਤੇ ਉਹਦੇ ਉੱਪਰ ਜਿਹੜਾ ਉਹਦੀ ਜਿਹੜੀ ਵੰਡ ਕਰਨੀ ਹੈ ਤੇ ਉਹਦੀ ਨਾਲ ਜਿਹੜੀ ਜਸਟਿਸ ਕਰਨੀ ਹੈ, ਉਹ ਕੁਦਰਤ ਉਸ ਉੱਪਰ ਹੀ ਰਾਜ ਕਰਦਾ ਹੈ ਬੰਦਾ। ਜਨਰਲ ਜਿੰਨੇ ਵੀ ਰਾਜ ਹੋਏ ਨੇ, ਚਾਹੇ ਅੰਗਰੇਜ਼ਾਂ ਵੱਲੋਂ ਹੋਏ ਹੋਣ ਜਾਂ ਸਿੱਖਾਂ ਵੱਲੋਂ ਹੋਏ ਹੋਣ ਜਾਂ ਬਾਕੀ ਸ਼ਾਸਕ ਜਿੰਨੇ ਵੀ ਹੋਏ ਨੇ, ਉਹ ਖਿੱਤੇ ਉੱਪਰ ਰਾਜ ਕਰਦੇ ਨੇ। ਤੇ ਉਸ ਕੁਦਰਤ ਦਾ ਵੀ ਅਸੀਂ ਇੱਕ ਇਨਸਾਨ ਰੂਪ 'ਚ ਪਾਰਟ ਹੈਗੇ ਹਾਂ, ਤੇ ਉਹ ਰਾਜ ਉਹਦੇ ਉੱਪਰ ਹੀ ਹੁੰਦਾ ਹੈ। ਹੁਣ ਉਸ ਰਾਜ ਨੂੰ ਕਿਵੇਂ ਚਲਾਉਣਾ ਹੈ, ਕਿਵੇਂ ਗਵਰਨ ਕਰਨਾ ਹੈ, ਹੁਣ ਤੱਕ ਜਿੰਨੇ ਵੀ ਰਾਜ ਹੋਏ ਨੇ, ਜਿਨ੍ਹਾਂ ਕੋ ਮੈਂ ਪੜ੍ਹਿਆ ਹੈ, ਤੇ ਜਿੰਨੇ ਵੀ ਅੱਜ ਦੀ ਮਾਡਰਨ ਫਿਲੋਸਫੀਜ਼ ਹੈ ਨੇ, ਚਾਹੇ ਉਹ ਕੈਪੀਟਲਿਜ਼ਮ ਦੀ ਹੋਵੇ ਜਾਂ ਕਮਿਊਨਿਜ਼ਮ ਦੀ ਹੋਵੇ ਜਾਂ ਮਾਰਕਸ ਦੀ ਹੋਵੇ, ਉਹਨਾਂ ਦੀਆਂ ਆਪਣੀਆਂ ਆਪਣੀਆਂ ਲਿਮਿਟੇਸ਼ਨਸ ਨੇ। ਤੇ ਜੇ ਰਾਜ ਸਹੀ ਮਾਇਨੇ ਵਿੱਚ ਅਗਰ ਦੇਖੀਏ ਤੇ ਉਹ ਰਾਜ ਜੇ ਸੰਪੂਰਨ ਤੌਰ ਤੇ ਮਨੁੱਖਤਾ ਦਾ ਤੇ ਅਕਾਲ ਪੁਰਖ ਦਾ ਰਾਜ ਹੈ, ਉਹ ਖਾਲਸਾ ਰਾਜ ਹੀ ਹੋ ਸਕਦਾ ਹੈ। ਉਹਦਾ ਬੇਸਿਕ ਹੈਗਾ, ਮੈਂ ਤੁਹਾਨੂੰ ਅੱਗੇ ਦੱਸਾਂਗਾ ਕਿਉਂ ਮੈਂ ਇਸ ਚੀਜ਼ ਨੂੰ ਮੰਨਦਾ ਹੈਗਾ, ਕਾਰਨ ਕੀ ਹੈ। ਪਰ ਉਸ ਤੋਂ ਪਰ ਇੱਕ ਮਿਸਕਨਸੈਪਸ਼ਨ ਮੈਂ ਦੂਰ ਕਰਨਾ ਚਾਹਾਂਗਾ। ਨਾਮ ਤੌਰ ਤੇ ਕਿਹਾ ਜਾਂਦਾ ਹੈ ਕਿ ਖਾਲਸਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਜਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸੰਗਤੀ ਤੌਰ ਤੇ ਖਾਲਸੇ ਨੂੰ ਪ੍ਰਗਟ ਕੀਤਾ ਹੈ, ਇਸ 'ਚ ਕੋਈ ਦੋ ਰਾਏ ਨਹੀਂ ਹੈ। ਪਰ ਜੇ ਆਪਾਂ ਰਾਜ ਦੀ ਗੱਲ ਕਰੀਏ, ਜੋ ਆਪਾਂ ਕਹਿ ਜਾਂਦਾ ਕਿ ਨਹੀਂ, ਇਹ ਤੇ ਕਦੀ ਵਰਡ ਖਾਲਿਸਤਾਨੀ ਯੂਜ਼ ਕਰ ਦਿੰਦੇ ਨੇ, ਕਦੀ ਪੰਜਾਬ ਕਰ ਦਿੰਦੇ ਨੇ, ਕਦੀ ਕੁਝ ਕਰ ਦਿੰਦੇ ਨੇ। 8 ਡਿਫਰੈਂਟ ਮਾਡਲਸ ਨੇ ਜੋ ਸੈਂਚੁਰੀ ਵਾਈਜ਼ ਚੇਂਜ ਹੁੰਦੇ ਰਹੇ ਨੇ। ਸਾਡੀ ਜਿਹੜੀ ਮੈਮਰੀ ਹੈ ਬਹੁਤ ਸ਼ਾਰਟ ਲਿਵਡ ਹੁੰਦੀ ਹੈ।
ਤੇ ਆਪਾਂ ਹਾਂਜੀ 70 ਸਾਲ ਦੇਖ ਰਹੇ ਹਾਂ ਹੁਣੇ, 47 ਤੋਂ ਬਾਅਦ ਦੇਖ ਰਹੇ ਹਾਂ। ਪਰ ਅਗਰ ਤੁਸੀਂ ਇਸ ਡੈਮੋਕ੍ਰੈਟਿਕ ਸੈਟਅਪ ਨੂੰ ਦੇਖੋਗੇ, ਡੈਮੋਕ੍ਰੇਸੀ ਨੂੰ ਵੀ 100 ਸਵਾ 100 ਸਾਲ ਹੋਇਆ ਹੈ, ਮੁਸ਼ਕਿਲ ਨਾਲ 150 ਸਾਲ ਹੋਇਆ ਹੋਏਗਾ। ਅਗਰ ਕੋਈ ਫਰਸਟ ਡੈਮੋਕ੍ਰੈਟਿਕ ਕੰਟਰੀ ਅਗਰ ਦੇਖੀਏ ਤੇ 150 ਸਾਲ ਇਜ਼ ਅ ਵੈਰੀ ਸ਼ਾਰਟ ਟਰਮ ਟੂ ਡਿਫਾਈਨ 3000 ਈਅਰਸ ਆਫ ਹਿਊਮਨ ਲਾਈਫ। ਮਤਲਬ ਰੂਲ ਕਰਨ ਦੇ ਸਿਸਟਮਸ ਚੇਂਜ ਹੋਏ ਨੇ। ਹੁਣ ਗੁਰੂ ਰਾਈਟ। ਨਾਨਕ ਸਾਹਿਬ ਨੇ ਰਾਜ ਦਿੱਤਾ ਹੈ, ਗੁਰੂ ਨਾਨਕ ਸਾਹਿਬ ਨੇ ਰਾਜ ਦਿੱਤਾ ਹੈ। ਬਾਣੀ ਵਿੱਚ ਉਹਨਾਂ ਦੀ ਪੰਕਤੀ ਹੈਗੀ ਹੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਹੁਣ ਇਹ ਗੁਰੂ ਨਾਨਕ ਸਾਹਿਬ ਦੇ ਵਰਡਸ ਨੇ। ਉਹਨਾਂ ਨੇ ਰਾਜ ਦੇਤਾ ਸੀਗਾ, ਜਿਹੜਾ ਕਰਤਾਰਪੁਰ ਵਸਾਇਆ ਉਹਨਾਂ ਨੇ ਆਪਣੀ ਮਰਜ਼ੀ ਦਾ ਵਸਾਇਆ ਸੀਗਾ, ਦੇयर ਵਾਸ ਨੋ ਇੰਟਰਫੇਰੈਂਸ। ਤੇ ਉਹਨਾਂ ਨੇ ਉਹ ਇੱਕ ਮਾਡਲ ਦਿੱਤਾ ਸੀਗਾ, ਤੇ ਉਸ ਮਾਡਲ ਨੂੰ ਬਾਕੀ ਗੁਰੂ ਸਾਹਿਬਾਨ ਨੇ ਖਡੂਰ ਸਾਹਿਬ ਕਹਿ ਲਓ, ਗੋਇੰਦਵਾਲ ਸਾਹਿਬ ਕਹਿ ਲਓ, ਪਟਨੇ ਸਾਹਿਬ ਕਹਿ ਲਓ, ਅਨੰਦਪੁਰ ਸਾਹਿਬ ਕਹਿ ਲਓ, ਉਸ ਮਾਡਲ ਨੂੰ ਇੱਕ ਪ੍ਰੈਕਟੀਕਲ ਰੂਪ 'ਚ ਉਹਨਾਂ ਨੂੰ ਪਰਿਭਾਸ਼ਿਤ ਵੀ ਕੀਤਾ ਹੈ ਤੇ ਸੰਸਾਰ ਸਾਹਮਣੇ ਲਿਆਂਦਾ ਹੈ। ਤੇ ਰਾਈਟ। ਜਿਹੜੀ ਖਾਲਸੇ ਰਾਜ ਦੀ ਗੱਲ ਹੈ, ਉਹ ਸਪਿਰਿਚੁਅਲੀ ਹੋਰ ਕਨਸੈਪਚੁਅਲ ਸਿਧਾਂਤ ਵਾਈਜ਼ ਗੁਰੂ ਗ੍ਰੰਥ ਸਾਹਿਬ 'ਚ ਮੌਜੂਦ ਹੈ ਕਿ ਰਾਜ ਕਿਹੋ ਜਿਹਾ ਹੋਣਾ ਚਾਹੀਦਾ, ਰਾਜ ਕਿਵੇਂ ਕਰਨਾ ਹੈਗਾ, ਉਹ ਹੈਗਾ। ਹੁਣ ਉਸ ਦਾ ਪ੍ਰੈਕਟੀਕਲ ਰੂਪ ਆ ਜਾਂਦਾ ਜਦੋਂ ਸਿੱਖ ਜਥੇ ਜਾਂ ਸਿੱਖ ਗੁਰੂ ਸਾਹਿਬਾਨ ਨੇ ਉਹਨੂੰ ਪ੍ਰੈਕਟੀਕਲ ਤੌਰ ਤੇ ਜੀ ਕੇ ਦਿਖਾਇਆ ਹੈ। ਇਹ ਬੜੀ ਕਮਾਲ ਦੀ ਚੀਜ਼ ਹੈਗੀ, ਕਿਉਂਕਿ ਜਿੰਨੇ ਵੀ ਥਿਓਰੀਜ਼ ਆਈਆਂ ਨੇ ਉਹਨਾਂ ਨੇ ਆਪ ਕਦੀ ਵੀ ਜੀ ਕੇ ਨਹੀਂ ਦਿਖਾਇਆ, ਉਹਨਾਂ ਨੇ ਥਿਓਰੀਜ਼ ਦਿੱਤੀਆਂ ਨੇ। ਪਰ ਇੱਕੋ ਹੀ ਇੱਕ ਜਿਹੜਾ ਅਸੀਂ ਬਾਣੀ ਹੋਰ ਬਾਣੇ ਦਾ ਸੁਮੇਲ ਵੀ ਕਹਿੰਦੇ ਆ, ਤੇ ਗੁਰੂ ਸਾਹਿਬ ਦੇ ਵੇਲੇ ਗੁਰੂ ਸਾਹਿਬ ਨੇ ਜੋ ਚੀਜ਼ ਦਿੱਤੀ ਹੈ ਉਸ ਨੂੰ ਪ੍ਰਤੱਖ ਰੂਪ 'ਚ ਕਰਕੇ ਦਿਖਾਇਆ ਕਿ ਇਹ ਸਿਸਟਮ ਹੋਣਾ ਚਾਹੀਦਾ ਹੈ। तो this is what Raj should be all about. ਰਾਈਟ। ਸੋ ਹੁਣ ਅਗਰ ਆਪ ਜੀ ਥੋੜਾ ਜਿਹਾ ਸਾਨੂੰ ਉਸ ਸਿਸਟਮ ਦੇ ਬਾਰੇ ਵੀ ਹੱਲ ਕਰ ਕੁਝ ਆਈਡੀਆ ਦਿਓ ਕਿ ਵੀ ਇਸ ਸਿਸਟਮ ਦੇ ਵਿੱਚ ਕੀ ਕੀ ਸੀਗਾ ਜੋ ਹੋਣਾ ਚਾਹੀਦਾ ਹੈ, ਜੋ ਆਪ ਜੀ ਨੂੰ ਲੱਗਦਾ ਹੈ, ਜਾਂ ਜੋ ਗੁਰੂ ਸਾਹਿਬ ਦੇ ਅਕੋਰਡਿੰਗਲੀ ਉਹਨਾਂ ਨੇ ਮੈਂਸ਼ਨ ਕੀਤਾ ਕਿ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਮੇ ਬੀ ਨਾਟ ਆਲ, ਕਿਉਂਕਿ ਇਹਦਾ ਕੋਈ ਅੰਤ ਨਹੀਂ ਹੈ, ਲੇਕਿਨ ਕੁਝ ਇੰਪੋਰਟੈਂਟ ਪੁਆਇੰਟਸ। ਦੇਖੋ, ਜਿਹੜਾ ਬੇਸਿਕ ਕਨਸੈਪਟ ਹੈਗਾ ਨਾ ਸਿੱਖ ਰਾਜ ਦਾ ਜਾਂ ਸਿੱਖ ਸੋਚ ਦਾ, ਉਹ ਸਾਨੂੰ ਇਹ ਸਮਝਣਾ ਚਾਹੀਦਾ ਕਿ ਜੋ ਸਾਡਾ ਬੇਸਿਕ ਕਨਸੈਪਟ ਹੈਗਾ ਉਹਦਾ ਜੋ ਆਧਾਰ ਹੈ ਉਹ ਹੈ ਗੁਰੂ ਨਾਨਕ ਸਾਹਿਬ ਦਾ ਸੱਚ। ਜਿਹੜੇ ਸਾਡੇ ਐਥਿਕਸ ਨੇ, ਜੋ ਸਾਡਾ ਬੇਸਿਕ ਮਾਡਲ ਹੈਗਾ ਉਹ ਹੈਗਾ ਈਮਾਨ। ਔਰ ਉਹ ਜਿਹੜਾ ਈਮਾਨ ਹੈਗਾ ਉਹ ਈਮਾਨ ਸਾਨੂੰ ਮਿਲਦਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਟੀਚਿੰਗਸ ਤੋਂ। ਤੇ ਕੋਈ ਵੀ ਮਾਡਲ ਆ ਜਾਏ, ਇੰਡੀਵਿਜੂਅਲ ਤੌਰ ਤੇ ਬੰਦਾ ਕਿਸੇ ਪਾਰਲੀਮੈਂਟ ਸਿਸਟਮ ਦਾ ਪਾਰਟ ਹੋਵੇ, ਜਾਂ ਇੰਡੀਵਿਜੂਅਲ ਤੌਰ ਤੇ ਬੰਦਾ ਕਿਸੇ ਖਿੱਤੇ ਦਾ ਮਾਲਿਕ ਹੋਵੇ, ਜਾਂ ਇੰਡੀਵਿਜੂਅਲ ਤੌਰ ਤੇ ਬੰਦਾ ਕਿਸੇ ਕਿੰਗਡਮ ਦਾ ਮਾਲਕ ਹੋਵੇ, ਜਾਂ ਕਹਿ ਲਓ ਕਿ ਸੰਗਤੀ ਤੌਰ ਤੇ ਵੀ ਕਿੰਗਡਮ ਦਾ ਮਾਲਕ ਹੋਵੇ, ਉਹਦਾ ਜੋ ਬੇਸ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਤੇ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਮਨੁੱਖਤਾ ਦੀ ਬਾਣੀ ਹੈ, ਸਭ ਦੀ ਸਾਂਝੀ ਹੈ। ਪਰ ਮੈਂ ਇਸ ਗੱਲ ਦੇ ਉੱਪਰ ਬਹੁਤ ਜ਼ਿਆਦਾ ਫੋਕਸ ਕਰਦਾ ਕਿ ਸਿੱਖ ਜਿਹੜੇ ਨੇ, ਜੇ ਗੁਰੂ ਸਾਹਿਬ ਦੀ ਗੱਲ ਨੂੰ ਮੰਨ ਕੇ ਆਪਣਾ ਜੀਵਨ ਜਿਉਂਦੇ ਨੇ, ਮੈਂ ਉਹਨਾਂ ਸਿੱਖਾਂ ਦੀ ਗੱਲ ਕਰ ਰਿਹਾ, ਨਾਟ ਆਲ, ਉਹ ਉਸ ਗੁਰੂ ਗ੍ਰੰਥ ਸਾਹਿਬ ਦੀ ਫਿਲੋਸਫੀ ਨੂੰ ਅੱਗੇ ਲੈ ਜਾਣ ਵਾਲੇ ਸਿੱਧੇ ਵਾਰਿਸ ਨੇ। ਕਿਉਂਕਿ ਜੇ ਤੁਸੀਂ ਡਿਟੇਲਸ ਵਿੱਚ ਅਗਰ ਜਾਓਗੇ ਨਾ, ਮਤਲਬ ਜਿਹੜਾ ਸਿਸਟਮ ਸੀਗਾ, ਰਾਜ ਇਵੋਲਵ ਕਿਵੇਂ ਹੋਇਆ ਮਿਸਲਾਂ ਵਿੱਚ, ਤੇ ਸਿਲੈਕਸ਼ਨਸ ਕਿਵੇਂ ਹੁੰਦੀਆਂ ਸਨ, ਬਿਕੋਜ਼ ਇਹ ਜਿਹੜਾ ਇਲੈਕਟੋਰਲ ਸਿਸਟਮ ਹੈ ਇਹ ਗੁਰੂ ਗ੍ਰੰਥ ਸਾਹਿਬ ਦਾ ਪਾਰਟ ਨਹੀਂ ਹੈ। ਜੋ ਅੱਜ ਡੈਮੋਕ੍ਰੇਸੀ ਵਿੱਚ ਚੱਲ ਰਿਹਾ ਹੈਗਾ, ਇਹ ਇਲੈਕਟੋਰਲ ਸਿਸਟਮ ਇਜ਼ ਨਾਟ ਅ ਬੇਸਿਕ ਪ੍ਰਿੰਸੀਪਲ ਆਫ ਗੁਰੂ ਗ੍ਰੰਥ ਸਾਹਿਬ। ਤੇ ਇਸ ਕਰਕੇ ਉਹ ਕਿਵੇਂ ਹੋਇਆ ਉਹ ਵੀ ਅੱਗੇ ਛੱਡਾਂਗਾ। ਦੋ ਤਿੰਨ ਗੱਲਾਂ ਪਹਿਲਾਂ ਕਰ ਲਵਾਂ। ਤੇ ਆਪਾਂ ਖਾਲਸਾ ਸਮਝ ਗਏ, ਆਪਾਂ ਰਾਜ। ਹੁਣ ਰਾਜ ਕੀ ਹੈ? ਰਾਜ ਐਕਚੁਅਲੀ ਹੈ, ਜਿਹਨੂੰ ਅਗਰ ਸਿੰਪਲ ਤੌਰ ਤੇ ਯੂਥ ਨੂੰ ਸਮਝਾਈਏ, ਇਟਸ ਅ ਗਵਰਨੈਂਸ ਮਾਡਲ, ਇਟਸ ਅ ਸਿਸਟਮ, ਔਰ ਕਹਿ ਲਓ ਹੁਕੂਮਤ ਕਰਨ ਦੀ ਜਗ੍ਹਾ। ਠੀਕ ਹੈ। ਹੁਣ ਕਰੰਟਲੀ ਕੀ ਹੋ ਰਿਹਾ ਇਸ ਵੇਲੇ, ਜਿੰਨੀ ਵੀ ਵੱਡੀ ਕੰਟਰੀਜ਼ ਨੇ, ਵੱਡੀ ਤੋਂ ਛੋਟੀ, ਉਹ ਕੀ ਕਰ ਰਹੇ ਨੇ? ਉਹ ਰਾਜ ਕਰ ਰਹੀਆਂ ਨੇ, ਪਰ ਉਹਨਾਂ ਦਾ ਜੋ ਬੇਸ ਹੈ ਉਹ ਸੰਸਾਰੀ ਹਉਮੈ ਹੈ। ਤੇ ਆਪਾਂ ਕਹਿ ਸਕਦੇ ਹਾਂ ਕਿ ਸੰਸਾਰੀ ਹਉਮੈ ਦਾ ਗੜ ਹੈਗਾ। ਕੋਈ ਆਪਣੀ ਅਗਰ ਉਹ ਨਿਊਕਲੀਅਰ ਵਾਈਜ਼ ਜ਼ਿਆਦਾ ਪਾਵਰਫੁਲ ਹੈ ਤੇ ਉਹ ਉਸ ਦੇ ਜ਼ੋਰ ਨਾਲ ਰਾਜ ਚਲਾਉਣਾ ਚਾਹੁੰਦਾ ਹੈ। ਕੋਈ ਇਕਨੋਮੀ ਵਾਈਜ਼ ਪਾਵਰਫੁਲ ਹੈ ਤੇ ਉਸ ਦੇ ਜ਼ੋਰ ਨਾਲ ਰਾਜ ਚਲਾਉਣਾ ਚਾਹੁੰਦਾ ਹੈ ਤੇ ਲੋਕਾਂ ਨੂੰ ਦਬਾਉਣਾ ਚਾਹੁੰਦਾ ਹੈ। ਗਿਵਿੰਗ ਐਨ ਐਗਜ਼ਾਮਪਲ, ਕੁਝ ਦੇਸ਼ ਨੇ ਜੋ ਅਮਰੀਕਾ ਦੀ ਸੁਪਰੀਮੇਸੀ ਨਹੀਂ ਮੰਨਦੇ, ਉਹਨਾਂ ਨੂੰ ਦਬਾਇਆ ਜਾਂਦਾ ਹੈ। ਠੀਕ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਕਨਸੈਪਟ ਵਿੱਚ ਉਸ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਕਨਸੈਪਟ ਵਿੱਚ ਹੈਗਾ, ਇੱਕ ਗੱਲ ਬਹੁਤ ਵਧੀਆ ਆਈ ਹੈ ਇਤਿਹਾਸ ਵਿੱਚ, ਜਦੋਂ ਔਰੰਗਜ਼ੇਬ ਦਾ ਜਿਹੜਾ ਬੇਟਾ ਸੀ ਉਹਨੂੰ ਗੁਰੂ ਸਾਹਿਬ ਮਿਲੇ ਨੇ ਲਾਲ ਕਿਲੇ ਆ ਕੇ, ਜਦੋਂ ਮੋਤੀ ਬਾਗ ਗੁਰਦੁਆਰਾ ਸਾਹਿਬ ਠਹਿਰੇ ਨੇ ਗੁਰੂ ਸਾਹਿਬ, ਤੇ ਉਦੋਂ ਜਿਹੜਾ ਜਾਣ ਮੁੱਝ ਕੇ ਕੁਐਸਚਨ ਪੁੱਛਿਆ ਗਿਆ ਗੁਰੂ ਸਾਹਿਬ ਨੂੰ ਕਿ ਤੁਹਾਡਾ ਮਜ਼ਹਬ ਵਧੀਆ ਹੈਗਾ ਕਿ ਸਾਡਾ ਮਜ਼ਹਬ ਵਧੀਆ ਹੈ, ਤੇ ਗੁਰੂ ਸਾਹਿਬ ਨੇ ਬੜਾ ਪਿਆਰਾ ਆਨਸਰ ਦਿੱਤਾ ਸੀਗਾ, ਤੁਮਕੋ ਤੁਮਹਾਰਾ ਖੂਬ, ਹਮਕੋ ਹਮਾਰਾ ਖੂਬ। ਤੇ ਇਹੀ ਹੈ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੀ ਹੈ ਕਿ ਸਭ ਮੇਂ ਜੋਤ, ਜੋਤ ਹੈ ਸੋਏ,
ਤਿਸ ਦੇ ਚਾਨਣ ਸਭ ਮੇ ਚਾਨਣ ਹੋਏ। ਔਰ ਇਸ ਕਰਕੇ ਚਾਹੇ ਉਹ ਮਿਸਲਾਂ ਦਾ ਰਾਜ ਹੋਵੇ, ਚਾਹੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਵੇ, ਉਹਨਾਂ ਵਿੱਚ ਬਾਕੀ ਮਜ਼ਹਬ, ਬਾਕੀ ਧਰਮ, ਬਾਕੀ ਰੀਤੀ ਰਿਵਾਜ ਐਗਜ਼ਿਸਟ ਕਰਦੇ ਸਨ। ਕਿਸੇ ਨੂੰ ਫੋਰਸ ਨਹੀਂ ਕੀਤਾ ਗਿਆ, ਨਾ ਮਹਾਰਾਜਾ ਰਣਜੀਤ ਸਿੰਘ ਵੇਲੇ ਫੋਰਸ ਕੀਤਾ ਗਿਆ, ਨਾ 1675 1665 ਤੋਂ ਬਾਅਦ ਫੋਰਸ ਕੀਤਾ ਗਿਆ, ਜਦੋਂ ਜੱਸਾ ਸਿੰਘ ਜੀ ਆਹਲੂਵਾਲੀਆ ਤੇ ਰਾਮਗੜੀਆ ਜੀ ਤੇ ਨਵਾਬ ਕਪੂਰ ਸਿੰਘ ਨੇ ਰਾਜ ਬਣਾਇਆ ਸੀ ਕਿ ਤੁਸੀਂ ਮਜ਼ਹਬ ਚੇਂਜ ਕਰੋ ਜਾਂ ਤੁਸੀਂ ਇਹ ਰੀਤੀ ਰਿਵਾਜ ਨਾ ਕਰੋ। ਸਿਸਟਮ ਬੜਾ ਕਲੀਅਰ ਸੀਗਾ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਤੇ ਗੁਰੂ ਸਾਹਿਬ ਦੀ ਸਿੱਖਿਆ ਨੂੰ ਲੈਂਦਾ ਹੈ, ਉਹ ਆਪਣਾ ਮਜ਼ਹਬ ਆਪਣੇ ਹਿਸਾਬ ਨਾਲ ਜੀਵੇ ਤੇ ਬਾਕੀ ਆਪਣੇ ਹਿਸਾਬ ਨਾਲ ਜੀਵੇ। ਤੇ ਇਹ ਬਹੁਤ ਪਿਆਰਾ ਕਨਸੈਪਟ ਹੈਗਾ। ਔਰ ਇਸ ਦਾ ਬੇਸ ਮੈਂ ਤੁਹਾਨੂੰ ਦੱਸ ਦਵਾਂ ਕੀ ਇਹਦਾ ਬੇਸ ਹੈਗਾ, ਆਪਾਂ ਅਰਦਾਸ ਕਰਦੇ ਹਾਂ, ਹਰ ਇੱਕ ਸਿੱਖ ਪਿਆਰਾ ਸੰਸਾਰ ਵਿੱਚ ਅਰਦਾਸ ਕਰਦਾ ਹੈ। ਉਹਦਾ ਬੇਸ ਖਤਮ ਕਿੱਥੇ ਹੁੰਦੀ ਹੈ ਅਰਦਾਸ? ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਉਹਨੂੰ ਜਿਹੜਾ ਸਰਬੱਤ ਦਾ ਭਲਾ ਹੈ ਨਾ, ਉਹ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ। ਚਾਹੇ ਤੁਸੀਂ ਇੰਡੀਵਿਜੂਅਲੀ ਰਾਜ ਕਰੋ, ਚਾਹੇ ਤੁਸੀਂ ਗਰੁੱਪ ਵਿੱਚ ਰਾਜ ਕਰੋ। ਹੁਣ ਸਿੱਖਾਂ ਦਾ ਕੀ ਸਿਸਟਮ ਹੈ ਉਹ ਮੈਂ ਦੱਸਾਂਗਾ ਅੱਗੇ, ਪਰ ਉਹ ਜਿਹੜਾ ਬੇਸਿਕ ਚੀਜ਼ ਹੈ ਸਰਬੱਤ ਦਾ ਭਲਾ, ਸਾਡੀ ਪ੍ਰੇਅਰ ਉੱਥੇ ਸਮਾਪਤ ਹੁੰਦੀ ਕਿ ਦਾਤਾਰ ਪਿਤਾ ਬਖਸ਼ਿਸ਼ ਕਰੀ ਕਿ ਸਾਨੂੰ ਸਰਬੱਤ ਦੇ ਭਲੇ ਵਾਸਤੇ ਪ੍ਰੇਰਿਤ ਕਰਦੇ ਰਵੀ ਤੇ ਉਦਮ ਬਖਸ਼ਦੇ ਰਵੀ। ਹੁਣ ਉਹ ਸਰਬੱਤ ਦਾ ਭਲਾ ਆ ਕਿੱਥੋਂ ਹੈ? ਗੁਰਬਾਣੀ ਤੋਂ। ਚਾਹੇ ਅਵਲ ਅੱਲਾ ਨੂਰ ਪਾਏ ਦੀ ਗੱਲ ਕਰ ਲਓ, ਚਾਹੇ ਤੁਸੀਂ ਗੱਲ ਕਰ ਲਓ, ਉਹ ਸਰਬੱਤ ਦਾ ਭਲਾ ਉੱਥੋਂ ਹੀ ਆ ਰਿਹਾ। ਤੇ ਆਪਾਂ ਨੂੰ ਜਿਹੜਾ ਬੇਸਿਕ ਚੀਜ਼ ਹੈ ਸਰਬੱਤ ਦਾ ਭਲਾ ਹੈਗੀ। ਹੁਣ ਸਰਬੱਤ ਦਾ ਭਲਾ ਵਿੱਚ ਵੀ ਤੁਸੀਂ ਅਗਰ ਇੱਕ ਸਟੈਪ ਪਿੱਛੇ ਜਾਓਗੇ, ਜਿਹੜੇ ਫਰਸਟ 3 ਬੇਸਿਕ ਮੈਸੇजेस ਨੇ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਉਹ ਕੀ ਹੈ? ਮਤਲਬ ਗੁਰੂ ਦੀ ਸਿੱਖਿਆ ਲੈਣੀ, ਕਿਰਤ ਕਰਨੀ, ਸੁੱਚੀ ਕਮਾਈ, ਚਾਹੇ ਤੁਸੀਂ ਐਜ਼ ਅ ਸੀਏ ਕਰ ਲਓ, ਚਾਹੇ ਤੁਸੀਂ ਐਜ਼ ਅ ਲਾਇਰ ਕਰ ਲਓ, ਚਾਹੇ ਤੁਸੀਂ ਹੱਥੀਂ ਮਿਹਨਤ ਕਰਕੇ ਕਰ ਲਓ, ਤੇ ਵੰਡ ਛਕੋ। ਇਹ ਬਹੁਤ ਇੰਪੋਰਟੈਂਟ ਚੀਜ਼ ਹੈਗੀ। ਤੇ ਸਭ ਹਾਂ, ਤੇ ਉਹ ਸਰਬੱਤ ਦਾ ਭਲਾ। ਉਹ ਦੂਸਰਾ ਜਿਹੜਾ ਇੰਪੋਰਟੈਂਟ ਚੀਜ਼ ਹੈਗਾ ਸਰਬੱਤ ਦਾ ਭਲਾ ਦਾ ਮਤਲਬ ਇਹ ਨਹੀਂ ਕਿ ਮਨੁੱਖਤਾ ਦਾ ਭਲਾ, ਇੱਕ ਮਿਸਕਨਸੈਪਸ਼ਨ ਹੈ। ਸਰਬੱਤ ਦਾ ਭਲਾ ਦਾ ਮਤਲਬ ਹੈਗਾ ਸਾਰੀ ਸ੍ਰਿਸ਼ਟੀ ਦਾ ਭਲਾ, which means every flora and every fauna. It means plants, it means animals, it means human beings, it means everything. It means natural resources. ਹੁਣ ਅਗਰ ਤੁਸੀਂ ਦੇਖੋ ਅੱਜ ਅਗਰ ਮੈਂ ਐਗਰੀਕਲਚਰ ਦਾ ਪਾਰਟ ਕਰਾਂ, ਠੀਕ ਹੈ, ਸਿੱਖ ਰਾਜ ਵੇਲੇ ਨਹੀਂ ਹੁੰਦਾ ਸੀਗਾ, ਕਿਉਂਕਿ ਹੁਣ ਕੀ ਹੋ ਰਿਹਾ, ਕੈਪੀਟਲਿਜ਼ਮ ਦੇ ਕਾਰਨ ਲੋਕੀ ਇਰੀਗੇਸ਼ਨ ਨੂੰ ਐਕਸਪਲੋਇਟ ਕਰ ਰਹੇ ਨੇ ਦਵਾਈਆਂ ਛਿੜਕ ਕੇ, ਠੀਕ ਹੈ। ਹੁਣ ਉਹ ਦਵਾਈਆਂ ਛਿੜਕ ਕੇ ਕੀ ਹੋ ਰਿਹਾ, ਇਟ ਇਜ਼ ਓਨਲੀ ਅ ਮਨੀ ਮੇਕਿੰਗ ਬਿਜ਼ਨਸ, ਪਰ ਉਸ ਦੇ ਜਿਹੜੇ ਆਫਟਰ ਇਫੈਕਟਸ ਨੇ ਕੈਮੀਕਲ ਪ੍ਰੋਸੈਸਿੰਗ ਕਰਕੇ ਜੋ ਹਿਊਮਨ ਲਾਈਫ ਖਰਾਬ ਹੋ ਰਹੀ ਹੈ, ਇਹ ਅੱਜ ਜੋ ਚੱਲ ਰਿਹਾ ਹੈ, ਅੱਜ ਜੋ ਕੋਰੋਨਾ ਚੱਲ ਰਿਹਾ, ਇਟ ਇਜ਼ ਆਫਟਰ ਇਫੈਕਟਸ ਆਫ ਆਲ ਥੀਸ ਥਿੰਗਸ। ਠੀਕ ਹੈ, ਆਪਾਂ ਕਹਿੰਦੇ ਇਮਿਊਨਿਟੀ ਨਹੀਂ, ਇਮਿਊਨਿਟੀ ਇਸ ਕਰਕੇ ਨਹੀਂ ਕਿਉਂਕਿ ਆਪਾਂ ਆਪਣਾ ਜੋ ਬੇਸਿਕ ਗੁਰੂ ਸਾਹਿਬ ਦਾ ਦਿੱਤਾ ਕਨਸੈਪਟ ਸੀਗਾ, ਜਿਸ ਨੂੰ ਅਸੀਂ ਵੀ ਕਹਿੰਦੇ ਹਾਂ ਕਿ ਬਲਿਹਾਰੀ ਕੁਦਰਤ ਵਸਿਆ, ਉਹ ਜਿਹੜਾ ਬਲਿਹਾਰ ਅਕਾਲ ਪੁਰਖ ਕੁਦਰਤ 'ਚ ਵਸਿਆ, ਉਸ ਕੁਦਰਤ ਤੋਂ ਤੁਸੀਂ ਖਰਾਬ ਕਰੋਗੇ ਤਾਂ ਇਟ ਵਿਲ ਗਿਵ ਯੂ ਆਫਟਰ ਇਫੈਕਟਸ। ਠੀਕ ਹੈ, ਜੈਸਾ ਬੀਜੇ ਸੋ ਲੂਣੇ ਵੀ ਗੁਰੂ ਸਾਹਿਬ ਨੇ ਡਿਫਾਈਨ ਕੀਤਾ। ਤੇ ਉਹ ਜਿਹੜਾ ਸਰਬੱਤ ਦਾ ਭਲਾ ਹੈਗਾ, ਉਹ ਸਾਰੀ ਸ੍ਰਿਸ਼ਟੀ ਦਾ ਭਲਾ ਹੈਗਾ। ਇਟ ਇਨਕਲੂਡਸ ਐਵਰੀਥਿੰਗ ਇਨਕਲੂਡਿੰਗ ਹਿਊਮਨ ਬੀਇੰਗਸ, ਐਂਡ ਇਨਕਲੂਡਿੰਗ ਹਿਊਮਨ ਬੀਇੰਗਸ, ਹਿਊਮਨ ਬੀਇੰਗ ਆਰ ਅ ਪਾਰਟ ਆਫ ਇਟ। ਉਹੀ ਸਿਰਫ ਸਰਬੱਤ ਦਾ ਭਲਾ ਨਹੀਂ ਹੈਗੇ ਨੇ। ਤੇ ਦੂਸਰਾ ਜਿਹੜਾ ਬੇਸਿਕ ਕਨਸੈਪਟ ਰਾਜ ਦਾ ਰਿਹਾ ਸਿੱਖਾਂ ਦਾ, ਉਹ ਰਿਹਾ ਸੇਵਾ। ਹੁਣ ਤੁਸੀਂ ਅੱਜ ਵੀ ਦੇਖ ਲਓ, ਅਗਰ ਜਾਮੀਆ 'ਚ ਕੋਈ ਪ੍ਰੋਬਲਮ ਆਉਂਦੀ ਹੈ ਸਿੱਖ ਪਹੁੰਚ ਜਾਂਦੇ ਨੇ, ਅਮਰਨਾਥ 'ਚ ਕੋਈ ਪ੍ਰੋਬਲਮ ਆਉਂਦੀ ਹੈ ਸਿੱਖ ਪਹੁੰਚ ਜਾਂਦੇ ਨੇ, ਸੀਰੀਆ 'ਚ ਕੋਈ ਪ੍ਰੋਬਲਮ ਆਉਂਦੀ ਹੈ ਸਿੱਖ ਪਹੁੰਚ ਜਾਂਦਾ ਹੈ, ਉੜੀਸਾ ਵਿੱਚ ਬਾੜ ਆਉਂਦੀ ਹੈ ਸਿੱਖ ਪਹੁੰਚ ਜਾਂਦਾ ਹੈ। ਹੁਣ ਲੌਜੀਕਲੀ ਦੇਖਿਆ ਜਾਏ ਤੇ ਸਮੇਂ ਦੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਰੋਟੀ ਦੇਵੇ, ਚੀਜ਼ਾਂ ਦੇਵੇ, ਕਿਉਂਕਿ ਉਹ ਟੈਕਸ ਲੈ ਰਹੀ ਹੈ। ਠੀਕ ਹੈ, ਪਰ ਸਿੱਖ ਆਊਟ ਆਫ ਦਾ ਕੋਰਸ ਜਾ ਕੇ ਕਰ ਰਹੇ ਨੇ, ਕਿਉਂਕਿ ਗੁਰੂ ਸਾਹਿਬ ਨੇ ਜੋ ਮੈਂ ਪਹਿਲਾਂ ਵੀ ਖਾਲਸੀ ਡੈਫੀਨੇਸ਼ਨ ਜਿਹੜੀ ਹੈਗੀ ਹੈ ਕਿ ਸਿੱਖ ਦਾ ਮਤਲਬ ਅਕਾਲ ਪੁਰਖ ਹੈ, ਅਕਾਲ ਪੁਰਖ ਗਵਰਨ ਸਿੱਖ। ਤੇ ਉਸ ਕਰਕੇ ਉਹ ਜਿਹੜੀ ਗਵਰਨੈਂਸ ਹੈਗੀ ਉਹ ਸਿੱਖਾਂ ਦੇ ਅੰਦਰ ਹੈਗੀ ਹੈ, ਇੰਡੀਵਿਜੂਅਲ ਤੌਰ ਤੇ ਉਹ ਜੀ ਰਿਹਾ ਹੈ, ਇਸ ਕਰਕੇ ਉਹ ਵਸ ਨਹੀਂ ਆਉਂਦਾ ਲੋਕਾਂ ਦੇ। ਆਧਾਰ ਗੁਰੂ ਗ੍ਰੰਥ ਸਾਹਿਬ ਹੈ ਤੇ ਉਹ ਚਲਾ ਜਾਂਦਾ ਹੈ, ਉਹ ਕੱਲਾ ਵੀ ਚਲੇ ਜਾਂਦਾ ਹੈ, ਕਈ ਜਥੇ ਦੇ ਰੂਪ 'ਚ ਵੀ ਚਲਾ ਜਾਂਦਾ ਹੈ। ਤੇ ਇਹ ਜਿਹੜਾ ਸੇਵਾ ਔਰ ਸਰਬੱਤ ਦੇ ਭਲੇ ਦਾ ਕਨਸੈਪਟ ਹੈ, ਦਿਸ ਇਜ਼ ਦਾ ਬੇਸਿਕ ਮਾਡਲ ਟੂ ਸਰਵ ਦਿਸ ਵਰਲਡ। ਮਤਲਬ ਗੁਰੂ ਗ੍ਰੰਥ ਸਾਹਿਬ, ਔਰ ਇਹੀ ਚੀਜ਼ ਮਿਸਲਾਂ ਵੇਲੇ ਵੀ ਹੋਈ ਹੈ। ਜਦੋਂ ਮਿਸਲਾਂ ਵੇਲੇ ਤੁਹਾਨੂੰ ਤੁਸੀਂ ਹੈਰਾਨੀ ਹੋਵੋਗੇ, ਮੈਂ ਉਹਨੇ ਪੜ੍ਹ ਰਿਹਾ ਸੀਗਾ, ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਜਨਰਲ ਸਨ, ਸੋਲਜਰਸ, ਉਹ ਸਾਰੇ ਸਿੱਖ ਸਨ। ਪਰ ਜਿਹੜੇ ਬਾਕੀ ਅਫੇਅਰਸ ਸਨ, ਚਾਹੇ ਫੋਰਨ ਅਫੇਅਰਸ ਸਨ, ਇਕਨੋਮਿਕ ਅਫੇਅਰਸ ਸਨ, ਉਹ ਨੌਨ ਸਿੱਖਸ ਦੇਖ ਰਹੇ ਸਨ। ਫੋਰਨ ਅਫੇਅਰਸ ਦੇਖਦੇ ਸਨ ਜਿਹੜੇ ਮੁਸਲਮਾਨ ਸਨ, ਅਜੀਜ਼ੁਦੀਨ ਸ਼ਾਇਦ ਨਾਮ ਸੀ ਉਹਨਾਂ ਦਾ। ਬਾਕੀ ਜਿਹੜਾ ਇਕਨੋਮਿਕ ਅਫੇਅਰਸ ਸੀ ਉਹ ਡੋਗਰਿਆਂ ਕੋਲ ਸੀ। ਠੀਕ ਹੈ, ਉਹਨਾਂ ਨੇ ਬਾਅਦ 'ਚ ਬੇਈਮਾਨੀ ਕੀਤੀ, ਦੈਟਸ ਅ ਡਿਫਰੈਂਟ ਚੈਪਟਰ। ਪਰ ਮਹਾਰਾਜਾ ਰਣਜੀਤ ਸਿੰਘ ਨੇ ਵਿਤਕਰਾ ਨਹੀਂ ਕੀਤਾ।
ਮਹਾਰਾਜਾ ਰਣਜੀਤ ਸਿੰਘ ਨੇ ਤੇ ਜਿਹੜੀ ਸਰਕਾਰੇ ਖਾਲਸਾ ਸੀ ਉਹਨੇ ਸਭ ਨੂੰ ਇੱਕ ਥਾਂ ਦਿੱਤੀ ਹੈ ਉੱਥੇ ਰਾਈਟ। ਕੰਮ ਕਰਨ ਵਾਸਤੇ। ਹਾਂਜੀ ਹੁਣ ਇੱਕ ਕੋਰੋਨਾ ਕਰਕੇ ਮੈਂ ਪੜ੍ਹ ਰਿਹਾ ਸੀਗਾ, ਕਸ਼ਮੀਰ 'ਚ ਅਕਾਲ ਪੈਂਦਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਅੰਨ ਭੰਡਾਰ ਦੇ ਖਜ਼ਾਨੇ ਖੋਲ ਦਿੰਦੇ ਨੇ ਕਸ਼ਮੀਰੀਆਂ ਵਾਸਤੇ, ਹਾਂਜੀ ਬਿਕੋਜ਼ ਦੈਟ ਇਜ਼ ਸਰਵਿੰਗ ਪੀਪਲ। ਤੇ ਉਹ ਜਿਹੜਾ ਗੁਰੂ ਸਾਹਿਬ ਦਾ ਕਨਸੈਪਟ ਪਿਆਰ ਦਾ ਤੇ ਉਹ ਰਿਹਾ, ਦੈਟ ਇਜ਼ ਬੇਸਿਕਲੀ ਕਿ ਰਾਜ ਕਿਵੇਂ ਹੁੰਦਾ ਹੈ। ਬਾਕੀ ਤੁਸੀਂ ਹੋਰ ਕੁਝ ਕੁਐਸਚਨ ਪੁੱਛੋਗੇ ਤੇ ਮੈਂ ਤੁਹਾਨੂੰ ਹੋਰ ਦੱਸ ਸਕਦਾ। ਹਾਂ ਸ਼ੋਰ। ਵੈਸੇ ਤਾਂ ਤੁਸੀਂ ਆਲਰੇਡੀ ਬਹੁਤ ਹੀ ਬਿਊਟੀਫੁਲ ਤਰੀਕੇ ਦੇ ਨਾਲ ਖਾਲਸਾ ਰਾਜ ਦੇ ਬਾਰੇ ਐਕਸਪਲੇਨ ਕੀਤਾ ਕਿ ਖਾਲਸਾ ਰਾਜ ਹੈ ਕਿਆ, ਤੇ ਉਹਦੇ ਵਿੱਚ ਸਿਰਫ ਹਿਊਮਨ ਬੀਇੰਗਸ ਨਹੀਂ ਇਨਵੋਲਵਡ, ਉਹਦੇ ਵਿੱਚ ਐਜ਼ ਯੂ ਮੈਂਸ਼ਨ ਕਿ ਫਲੋਰਾ ਫੌਨਾ ਯਾਨੀ ਕਿ ਸਾਰੀ ਸ੍ਰਿਸ਼ਟੀ ਇਨਵੋਲਵਡ ਹੈਗੀ ਹੈ, ਤੇ ਅਸੀਂ ਸਾਰੀ ਸ੍ਰਿਸ਼ਟੀ ਦੇ ਭਲੇ ਵਾਸਤੇ ਹਮੇਸ਼ਾ ਅਰਦਾਸ ਕਰਦੇ ਹਾਂ। ਤੇ ਉਹਦੇ ਹਾਂਜੀ ਇਲਾਵਾ ਤੁਸੀਂ ਹੋਰ ਮੈਂਸ਼ਨ ਕੀਤਾ ਕਿ ਰਾਜ ਕਰਨਾ ਐਥਿਕਸ ਦੇ ਨਾਲ, ਵੈਲਿਊਜ਼ ਦੇ ਨਾਲ, ਹਨਾ। ਵੈਲਿਊਜ਼ ਦੀ ਹਾਲਾਂਕਿ ਗੱਲ ਕਰਨਾ ਸੌਖਾ ਹੈ ਲੇਕਿਨ ਉਹਨੂੰ ਪ੍ਰੈਕਟਿਸ ਕਰਨਾ ਬਹੁਤ ਮੁਸ਼ਕਿਲ ਹੈਗਾ। ਹੋਰ ਉਹ ਜੋ ਹੈ ਉਹ ਖਾਲਸਾ ਜੁਗੋ ਜੁਗ ਕਾਫੀ ਲੰਬੇ ਸਮੇਂ ਤੋਂ ਕਰਦਾ ਆ ਰਿਹਾ, ਤੇ ਅੱਜ ਦੇ ਸਮੇਂ ਦੇ ਵਿੱਚ ਅਗਰ ਅਸੀਂ ਹੁਣ ਹੋਰ ਵੀ ਪ੍ਰੋਬਲਮਸ ਨੂੰ ਅਗਰ ਦੇਖੀਏ ਕਿ ਜਦੋਂ ਤੁਸੀਂ ਮੈਂਸ਼ਨ ਕੀਤੇ ਸੀਰੀਆ ਦੇ ਵਿੱਚ ਪ੍ਰੋਬਲਮ ਆਈ, ਉੜੀਸਾ 'ਚ ਪ੍ਰੋਬਲਮ ਆਈ, ਆਪਣੇ ਜਾਮੀਆ ਮਿਲੀਆ 'ਚ ਪ੍ਰੋਬਲਮ ਆਈ, ਤਾਂ ਸਿੱਖ ਫੇਰ ਤੋਂ ਉਹਨਾਂ ਵੈਲਿਊਜ਼ ਨੂੰ ਪ੍ਰੈਕਟਿਸ ਕਰਦੇ ਹੋਏ ਅੱਗੇ ਆਇਆ ਤੇ ਉਹਨੇ ਕਮਜ਼ੋਰ ਨੂੰ ਜਾਂ ਜੋ ਪਰੇਸ਼ਾਨੀ 'ਚ ਸੀ ਉਹਦਾ ਸਾਥ ਨਿਭਾਉਣ ਦੀ ਕੋਸ਼ਿਸ਼ ਕੀਤੀ, ਜਿੱਦਾਂ ਕਿ ਗੁਰੂ ਤੇਗ ਬਹਾਦਰ ਜੀ ਨੇ ਵੀ ਐਗਜ਼ਾਮਪਲ ਸੈੱਟ ਕੀਤਾ ਸੀਗਾ ਜਦੋਂ ਉਹਨਾਂ ਨੇ ਕਸ਼ਮੀਰੀ ਪੰਡਿਤਾਂ ਦੇ ਨਾਲ ਸਟੈਂਡ ਦਿੱਤਾ। ਤੇ ਫਿਰ ਵਾਟ ਡੂ ਯੂ ਥਿੰਕ, ਉਹ ਤਾਂ ਆਪ ਜੀ ਨੂੰ ਕੀ ਲੱਗਦਾ ਕਿ ਯਾਨੀ ਕਿ ਇਹਦਾ ਮਤਲਬ ਆਲਰੇਡੀ ਖਾਲਸਾ ਰਾਜ ਚੱਲਦਾ ਪਿਆ ਹੈ ਜਾਂ ਇਸ ਟਾਈਮ ਬਹੁਤ ਜ਼ਿਆਦਾ ਕਰਪਸ਼ਨ ਹੋ ਗਈ ਹੈ ਤੇ ਇਹ ਵਾਲੇ ਮਾਡਲ ਨੂੰ ਸਾਨੂੰ ਦੁਬਾਰਾ ਲਿਆਉਣ ਦੀ ਲੋੜ ਹੈ, ਤੇ ਅਗਰ ਲੋੜ ਹੈ ਤਾਂ ਕਿੱਦਾਂ ਲੈ ਕੇ ਆਈਏ, ਕੀ ਕਰਿਆ ਜਾਏ ਇਹਦੇ ਵਾਸਤੇ? ਦੇਖੋ, ਜੇ ਆਪਾਂ ਇੰਡੀਵਿਜੂਅਲ ਤੌਰ ਤੇ ਕਹੀਏ ਜਾਂ ਆਰਗੇਨਾਈਜੇਸ਼ਨਲ ਤੌਰ ਤੇ ਕਹੀਏ, ਜਿਹੜੇ ਕਿ ਡੈਡੀਕੇਟਿਡ ਤੇ ਕਮਿਟਡ ਨੇ ਗੁਰੂ ਸਾਹਿਬ ਨੂੰ, ਹਾਂਜੀ ਗੁਰੂ ਗ੍ਰੰਥ ਸਾਹਿਬ ਨੂੰ ਤੇ ਗੁਰੂ ਖਾਲਸਾ ਪੰਥ ਨੂੰ, ਹਾਂਜੀ ਉਹ ਤੇ ਕਹਿ ਸਕਦੇ ਹਾਂ ਕਿ ਸਿਧਾਂਤਕ ਪੱਖੋਂ ਉਹਨਾਂ ਦਾ ਆਪਣੇ ਉੱਪਰ ਖਾਲਸਾ ਰਾਜ ਹੈਗਾ, ਜਾਂ ਉਹ ਖਾਲਸੇ ਰਾਜ ਦੀਆਂ ਜਿਹੜੇ ਗੁਣ ਨੇ ਉਹ ਸਪਰੈਡ ਕਰ ਰਹੇ ਨੇ। ਪਰ ਅਗਰ ਆਪਾਂ ਖਿੱਤੇ ਦੇ ਤੌਰ ਤੇ ਦੇਖੀਏ ਜਿਓਗ੍ਰਾਫਿਕਲੀ, ਤੇ ਕੁਝ ਵੀ ਨਹੀਂ ਹੈਗਾ, ਬਿਕੋਜ਼ ਯੂ ਡੋਂਟ ਹੈਵ ਯੂਰ ਓਨ ਸਟੇਟ, ਯੂ ਡੋਂਟ ਹੈਵ ਯੂਰ ਓਨ ਕੰਟਰੀ, ਯੂ ਡੋਂਟ ਹੈਵ ਯੂਰ ਓਨ ਲਾਜ਼। ਆਈਲ ਗਿਵ ਯੂ ਐਗਜ਼ਾਮਪਲ। ਹੁਣ ਜੇ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਲਾਈਫ ਪੜ੍ਹੀਏ ਜਾਂ ਉਹ ਸਰਕਾਰੀ ਖਾਲਸਾ ਤੋਂ ਜੋ ਰਾਜ ਰਿਹਾ ਹੈ, ਐਂਡ ਈਵਨ ਹਾਂਜੀ ਬਿਫੋਰ ਦੈਟ, ਫਰੋਮ 1664-65 ਜਦੋਂ ਸਿੱਖਾਂ ਦਾ ਪਹਿਲਾ ਰਾਜ ਸ਼ੁਰੂ ਹੋਇਆ, ਜਾਂ ਈਵਨ ਬਿਫੋਰ ਦੈਟ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਵੀ, ਉਸ ਸਾਰੇ ਪੀਰੀਅਡ ਵਿੱਚ ਜਦੋਂ ਜਦੋਂ ਵੀ ਸਿੱਖਾਂ ਦੀ ਹੁਕੂਮਤ ਰਹੀ ਹੈ ਜਾਂ ਸਿੱਖਾਂ ਦੀ ਰੂਲ ਰਹੀ ਹੈ, ਉਹਦੇ ਵਿੱਚ ਤੁਸੀਂ ਦੇਖ ਲੈਣਾ ਕਿਸੇ ਵੀ ਜਗ੍ਹਾ ਕੋਈ ਰੇਪ ਨਹੀਂ ਹੋਇਆ। ਆਈਲ ਗਿਵ ਯੂ ਦਾ ਪ੍ਰੋਬਲਮ, ਮੈਂ ਰਿਲੇਟ ਕਰ ਰਿਹਾ, ਕੋਈ ਰੇਪ ਨਹੀਂ ਹਾਂਜੀ ਹੋਇਆ, ਠੀਕ ਹੈ, ਕੋਈ ਫਾਰਮਰ ਸੁਸਾਈਡਸ ਨਹੀਂ ਹੋਏ, ਕੋਈ ਫਾਂਸੀ ਨਹੀਂ ਹੋਈ। ਈਵਨ ਮਹਾਰਾਜਾ ਰਣਜੀਤ ਸਿੰਘ ਉੱਪਰ ਵੀ ਕਾਤਲਾਨਾ ਹਮਲਾ ਕੀਤਾ ਗਿਆ ਸੀਗਾ ਤੇ ਪੱਥਰ ਵੀ ਹਾਂਜੀ ਮਾਰਿਆ ਗਿਆ ਸੀਗਾ, ਪਰ ਉਹਨਾਂ ਨੇ ਵੀ ਫਾਂਸੀ 'ਚ ਨਹੀਂ ਟੰਗਿਆ। ਤੇ ਇਹ ਬਹੁਤ ਇੰਪੋਰਟੈਂਟ ਚੀਜ਼ ਹੈ, ਕਿਉਂਕਿ ਪਰਸਨਲੀ ਮੈਂ ਵੀ ਮੰਨਣਾ ਕਿ ਜ਼ਿੰਦਗੀ ਦੇਣ ਵਾਲਾ ਰੱਬ ਹੈ ਤੇ ਜ਼ਿੰਦਗੀ ਲੈਣ ਵਾਲਾ ਵੀ ਰੱਬ ਹੈ, ਠੀਕ ਹੈ। ਤੇ ਜੇ ਕੋਈ ਬੰਦਾ ਗਲਤ ਕੰਮ ਕਰਦਾ ਤਾਂ ਉਹਦੇ ਡਿਫਰੈਂਟ ਸਜ਼ਾ ਦੇਣ ਦੇ ਮੈਕੈਨਿਜ਼ਮਸ ਹੋ ਸਕਦੇ ਨੇ, ਤੇ ਮੈਂ ਫਾਂਸੀ ਦੀ ਗੱਲ ਕਰ ਰਿਹਾ ਜਨਰਲੀ। ਅੱਜ ਕੀ ਹੁੰਦਾ ਕਿ ਤੁਸੀਂ ਸਰਕਾਰ ਦੇ ਖਿਲਾਫ ਗੱਲ ਕਰੋ ਤੇ ਤੁਹਾਡੇ ਉੱਪਰ ਐਕਟ ਲਗਾ ਕੇ ਤੁਹਾਨੂੰ ਫਾਂਸੀ ਚੜਾ ਦਿੱਤਾ ਜਾਂਦਾ ਹੈ। ਐਂਡ ਇਟ ਵਾਸ ਸੇਮ ਬ੍ਰਿਟਿਸ਼ਰਸ ਵੇਲੇ, ਆਪਾਂ ਦੇਖਦੇ ਹਾਂ ਭਗਤ ਸਿੰਘ ਜੀ ਨੂੰ ਤੇ ਬਾਕੀਆਂ ਨੂੰ ਫਾਂਸੀ ਲਾਈ ਗਈ ਹੈ, ਤੇ ਹੁਣ ਵੀ ਲਾ ਦਿੰਦੇ ਨੇ। ਤੇ ਐਕਚੁਅਲੀ ਹੋਇਆ ਕੀ ਹੈ ਕਿ ਬ੍ਰਿਟਿਸ਼ਰਸ ਤੋਂ ਜਿਹੜਾ ਹੁਣ ਮਾਡਲ ਹੈ, ਇਟਸ ਦਾ ਸੇਮ ਲਾਅ, ਸਿਰਫ ਟਰਾਂਸਫੋਰਮੇਸ਼ਨ ਆਫ ਪਾਵਰ ਹੋਈ ਹੈ। ਐਥਿਕਸ ਉਹੀ ਨੇ ਉਹਨਾਂ ਦੇ। ਉਹ ਐਥਿਕਸ ਕਿਹੜੇ ਰਾਈਟ ਨੇ? ਜਿਹੜੇ ਕ੍ਰਾਈਮਸ ਉੱਪਰ ਖੜੀਆਂ ਨੇ। ਅਗਰ ਤੁਸੀਂ ਡਿਟੇਲਸ ਵਿੱਚ ਜੇ ਮੈਂ ਬੇਨਤੀ ਕਰਾਂਗਾ ਸਿੱਖ ਯੂਥ ਨੂੰ ਕਿ ਇਹ ਜਿੰਨੇ ਵੀ ਵੈਲਫੇਅਰ ਸਟੇਟ ਅੱਜ ਬਣੇ ਹੋਏ ਨੇ, ਚਾਹੇ UK ਹੈ, ਚਾਹੇ ਕੈਨੇਡਾ ਹੈ, ਚਾਹੇ ਆਸਟ੍ਰੇਲੀਆ ਹੈ, ਚਾਹੇ US ਹੈ, ਇਹ ਸਾਰੇ ਕ੍ਰਾਈਮਸ ਉੱਪਰ ਖੜੀਆਂ ਨੇ। ਇਹਨਾਂ ਨੇ ਉੱਥੋਂ ਦੇ ਲੋਕਲ ਇਨਹੈਬੀਟੈਂਟਸ ਨੂੰ ਮਾਰਿਆ, ਕਾਲਿਆਂ ਨੂੰ, ਐਬੋਰਜਨਸ ਨੂੰ ਖਤਮ ਕੀਤਾ ਤੇ ਆਪਣਾ ਰਾਜ ਕੀਤਾ, ਜਿਹੜੇ ਫਰਾਂਸੀਸੀ ਤੇ ਅੰਗਰੇਜ਼ ਗਏ ਸਨ ਉੱਥੇ। ਤੇ ਹਾਂਜੀ ਮਤਲਬ they are ruling on the, I'll say, pile of dead bodies or on the pile of crimes they happened। ਪਰ ਜਿਹੜਾ ਖਾਲਸਾ ਰਾਜ ਰਿਹਾ ਉਹ ਜਾਂ ਤਾਂ ਲਿਆ ਗਿਆ ਹੈ ਪਿਆਰ ਨਾਲ ਜਾਂ ਜ਼ੋਰ ਨਾਲ, ਪਰ ਉੱਥੇ ਕਤਲੇਆਮ ਨਹੀਂ ਕੀਤਾ ਗਿਆ ਕਿਸੇ ਦਾ। ਉੱਥੇ ਈਵਨ ਜਦੋਂ ਸਰਹੰਦ ਫਤਿਹ ਕਰਨ ਤੋਂ ਬਾਅਦ ਮਲੇਰਕੋਟਲਾ ਨੂੰ ਹੱਥ ਨਹੀਂ ਲਾਇਆ ਗਿਆ। ਮਤਲਬ ਐਥਿਕਸ ਹਨ ਨਾ। ਅਗਰ ਦੇਖਿਆ ਜਾਏ, ਜਿਹੜੇ ਹਾਂਜੀ ਲੋਕ ਇਹ ਕਹਿੰਦੇ ਨੇ ਐਵਰੀਥਿੰਗ ਇਜ਼ ਫੇਅਰ ਇਨ love and war, but I don't agree with that statement. Everything is not fair. There are ethics,
ਔਰ ਸਾਡੇ ਕੋਲ ਜਿਹੜਾ ਐਥੀਕਲ ਬੇਸ ਹੈ ਗੁਰੂ ਗ੍ਰੰਥ ਸਾਹਿਬ ਹੈ, ਬਹੁਤ ਕਮਾਲ ਦੀ, ਮਤਲਬ ਆਈ ਫੀਲ ਡਿਲਾਈਟਡ ਐਂਡ ਆਈ ਐਮ ਵੈਰੀ ਥੈਂਕਫੁਲ ਦੈਟ ਆਈ ਵਾਸ ਬੋਰਨ ਇਨ ਅ ਸਿੱਖ ਫੈਮਿਲੀ, ਕਿਉਂਕਿ ਐਥਿਕਸ ਉੱਥੋਂ ਮਿਲ ਰਹੇ ਨੇ ਕਿ ਰੂਲ ਕਿਵੇਂ ਕਰਨਾ ਹੈ, ਇਕਨੋਮਿਕਸ ਕਿਵੇਂ ਹੋਣੀ ਚਾਹੀਦੀ ਹੈ, ਨੇ ਬਿਊਰੋਕ੍ਰੇਸੀ ਕਿਵੇਂ ਦੀ ਹੋਣੀ ਚਾਹੀਦੀ ਹੈ, ਤੁਹਾਡੀ ਸਿਲੈਕਸ਼ਨ ਸਿਸਟਮ ਕਿਵੇਂ ਦੀ ਹੋਣੀ ਚਾਹੀਦੀ ਹੈ। ਅੱਜ ਦੇ ਡੇਟ ਤੇ ਅਸੀਂ ਮਤਲਬ ਟੋਟਲੀ ਆਪੋਜ਼ਿਟ ਕੰਮ ਕਰ ਰਹੇ ਹਾਂ, ਬਿਕੋਜ਼ ਇਟਸ ਟੋਟਲੀ ਵੀ ਹੈਵ ਟੂ ਰੀਇਨਵੈਂਟ ਆਵਰਸੈਲਵਸ। ਜਦੋਂ ਆਪਾਂ ਨੂੰ ਰਾਜ ਲੈ ਕੇ ਆਉਣਾ ਹੈ ਜਾਂ ਆਪਾਂ ਨੂੰ ਕਰਕੇ ਦਿਖਾਉਣਾ ਹੈ ਕਿ ਕਿਵੇਂ ਦਾ ਹੋਣਾ ਚਾਹੀਦਾ, ਹਾਂਜੀ ਤੇ ਉਹ ਟੋਟਲੀ ਉਸ ਨੂੰ ਕਿੰਨਾ ਟਾਈਮ ਲੱਗੇਗਾ ਉਹ ਗੁਰੂ ਸਾਹਿਬ ਜਾਣਦੇ ਨੇ। ਅਸੀਂ ਆਪਣਾ ਯੋਗਦਾਨ ਹੀ ਪਾ ਸਕਦੇ ਹਾਂ ਐਜੂਕੇਸ਼ਨ ਨਾਲ ਤੇ ਪ੍ਰੋਪਰ ਲੋਕਾਂ ਨੂੰ ਅਵੇਅਰ ਕਰਕੇ, ਬੇਸਿਕਲੀ ਹੈ। ਪਰ ਅਗਰ ਤੁਸੀਂ ਰਾਜ ਦੀ ਪਾਲਿਸੀ ਦੇਖੋਗੇ ਤੇ ਹੇਟ ਕ੍ਰਾਈਮਸ ਸਿੱਖਾਂ ਦੇ ਰਾਜ ਵਿੱਚ ਨਹੀਂ ਹੈ। ਐਵਰੀਵਨ ਹੈਜ਼ ਉਹ ਜਿਹੜਾ ਅਸੀਂ ਕਹਿੰਦੇ ਨੇ ਕਿ ਹਰ ਬਾਗ ਦਾ ਜਿਹੜਾ ਹਰ ਫੁੱਲ ਹੈ ਉਹਨੂੰ ਪਨਪਨ ਦੀ ਤੇ ਉਹਨੂੰ ਆਪਣੀ ਖੁਸ਼ਬੂ ਦੇਣ ਦੀ ਇਜਾਜ਼ਤ ਹੈਗੀ ਹੈ ਤੇ ਫਰੀडम ਹੈਗੀ ਹੈ। ਰਾਈਟ। ਵਿਜੀ ਆਪ ਜੀ ਨੇ ਸਭ ਕੁਝ ਜੋ ਵੀ ਐਕਸਪਲੇਨ ਕੀਤਾ ਹੈ ਇਸ ਟਾਈਮ ਬੜੇ ਹੀ ਸਿੰਪਲ ਔਰ ਈਜ਼ੀ ਵਰਡਸ ਦੇ ਵਿੱਚ ਇਹਨੂੰ ਐਕਸਪਲੇਨ ਕੀਤਾ ਹੈ, ਤੇ ਆਈ ਐਮ ਸ਼ੋਰ ਯੂਥ ਨੂੰ ਇੱਕ ਬਹੁਤ ਹੀ ਸਟਰੋਂਗ ਮੈਸੇਜ ਵੀ ਮਿਲੇਗਾ ਕਿ ਖਾਲਸਾ ਰਾਜ ਦੀ ਸ਼ੁਰੂਆਤ ਸਭ ਤੋਂ ਪਹਿਲੇ ਤੇ ਇੰਡੀਵਿਜੂਅਲ ਤੌਰ ਤੇ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਐਥਿਕਸ ਆਪਣੀ ਵੈਲਿਊਜ਼ ਨੂੰ ਪ੍ਰੈਕਟਿਸ ਕਰੀਏ ਜ਼ਿਆਦਾ ਤੋਂ ਜ਼ਿਆਦਾ। ਇਹਦੇ ਇਲਾਵਾ ਐਜ਼ ਯੂ ਜਸਟ ਮੈਂਸ਼ਨਡ ਕਿ ਐਜੂਕੇਸ਼ਨ ਇਜ਼ ਇੰਪੋਰਟੈਂਟ, ਕਿ ਅਸੀਂ ਆਪਣੀ ਪੜ੍ਹਾਈ ਕਰੀਏ, ਆਪਣੇ ਆਪ ਨੂੰ ਹੋਰ ਆਪਣੇ ਪਰਿਵਾਰ ਨੂੰ ਇੰਨੀ ਕੁ ਐਜੂਕੇਸ਼ਨ ਦਈਏ ਕਿ ਅਸੀਂ ਪਾਵਰ 'ਚ ਆ ਕੇ ਉਹਨਾਂ ਸਭ ਐਥਿਕਸ ਦੀ ਪ੍ਰੈਕਟਿਸ ਕਰ ਸਕੀਏ ਇੱਕ ਅੱਛੇ ਲੈਵਲ ਤੇ, ਐਜ਼ ਯੂ ਜਸਟ ਮੈਂਸ਼ਨ। ਤੇ ਉਦਾਹਰਨ ਵਾਸਤੇ ਤੁਸੀਂ ਕੁਝ ਕੋਈ ਫਿਗਰਸ ਨੂੰ ਜਾਂ ਤੁਸੀਂ ਕੋਈ ਇੱਧਰ ਹੀ ਨੋਨ ਫਿਗਰਸ ਹੈਗੀਆਂ ਵਰਲਡ ਵਾਈਡ ਜਿਹਨੂੰ ਤੁਸੀਂ ਪਿਕ ਕਰਨਾ ਚਾਹੋਗੇ ਕਰੰਟ ਟਾਈਮ ਦੇ ਵਿੱਚ, ਕਿ ਹਾਂ ਵੀ ਕੁਝ ਉਦਾਹਰਨ ਵਾਸਤੇ ਲੋਕ ਹੈਗੇ ਆ ਜੋ ਹਜੇ ਵੀ ਇਹਨਾਂ ਸਭ ਐਥਿਕਸ ਨੂੰ ਫੋਲੋ ਕਰਦੇ ਪਏ ਨੇ, ਕੋਈ ਐਸੀ ਫਿਗਰ ਜਿਹਨੂੰ ਤੁਸੀਂ ਮੈਂਸ਼ਨ ਕਰਨਾ ਚਾਹੋਗੇ? ਦੇਖੋ ਫਿਗਰਸ ਬਹੁਤ ਨੇ, ਪਰ ਮੈਂ ਦੋ ਤਿੰਨ ਚੀਜ਼ਾਂ ਯੂਥ ਨੂੰ ਗੱਲ ਕਰਨਾ ਚਾਹਾਂਗਾ ਨਾ, ਉਹ ਇਹ ਹੈ ਕਿ ਸਾਨੂੰ ਆਪਣਾ ਜਿਹੜਾ ਇਤਿਹਾਸ ਹੈ ਸਟਾਰਟਿੰਗ ਫਰਮ ਗੁਰੂ ਸਾਹਿਬ ਐਂਡ ਹਾਂਜੀ ਸਪੈਸ਼ਲੀ ਗੁਰੂ ਸਾਹਿਬ ਤੋਂ ਬਾਅਦ, ਦੇਖੋ ਗੁਰੂ ਸਾਹਿਬ ਤੇ ਅਕਾਲ ਪੁਰਖ ਦੀ ਜੋਤ ਸਨ, ਪਰ ਉਸ ਤੋਂ ਬਾਅਦ ਹਾਂਜੀ ਜਿਹੜਾ ਕਿਰਦਾਰ ਸਿੱਖਾਂ ਨੇ ਨਿਭਾਇਆ ਉਹ ਬਹੁਤ ਇੰਪੋਰਟੈਂਟ ਹੈ। ਚਾਹੇ ਬਾਬਾ ਬੰਦਾ ਸਿੰਘ ਬਹਾਦਰ ਹੋਣ, ਚਾਹੇ ਹੋਰ ਸਿੱਖ ਹੋਣ, ਉਹ ਜਦ ਤੱਕ ਅਸੀਂ ਨਹੀਂ ਪੜਾਂਗੇ ਕਿਹੜੇ ਇਵੈਂਟਸ ਹੋਏ, ਕਿਵੇਂ ਸਿੱਖਾਂ ਨੇ ਡਿਸਕਸ਼ਨਸ ਕੀਤੀਆਂ, ਕਿਵੇਂ ਉਹ ਅੱਗੇ ਆਏ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਤੇ ਇਹਦੇ ਵਾਸਤੇ ਸਾਨੂੰ ਬਹੁਤ ਕੁਝ ਪੜ੍ਹਨਾ ਪਏਗਾ, ਸਾਨੂੰ ਮਾਰਕਸ ਨੂੰ ਵੀ ਪੜ੍ਹਨਾ ਪਵੇਗਾ, ਸਾਨੂੰ ਕੈਪੀਟਲਿਜ਼ਮ ਵੀ ਪੜ੍ਹਨਾ ਪਏਗਾ, ਸਾਨੂੰ ਬੀਪਰ ਨੂੰ ਵੀ ਪੜ੍ਹਨਾ ਪਵੇਗਾ। ਉਸ ਤੋਂ ਬਾਅਦ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣੀ ਪਵੇਗੀ ਕਿ ਆਪਾਂ ਕਰਨਾ ਕੀ ਚਾਹੁੰਦੇ ਹਾਂ। ਹੁਣ ਫੋਰ ਰਾਈਟ ਐਗਜ਼ਾਮਪਲ ਹੁਣ ਇਸ ਵੇਲੇ ਕੀ ਹੋ ਰਿਹਾ, ਇਟ ਇਜ਼ ਅ ਗਲੋਬਲਾਈਜੇਸ਼ਨ ਆਫ ਡੈਮੋਕ੍ਰੇਸੀ। ਹੁਣ ਡੈਮੋਕ੍ਰੇਸੀ ਕਰਕੇ ਫੈਲਾਇਆ ਜਾ ਰਿਹਾ ਹੈ, ਪਰ ਉਹ ਰਾਈਟ ਡੈਮੋਕ੍ਰੇਸੀ ਗੁਰੂ ਗ੍ਰੰਥ ਸਾਹਿਬ ਦੇ ਅਨੁਰੂਪ ਨਹੀਂ ਹੈਗੀ। ਗੁਰੂ ਗ੍ਰੰਥ ਸਾਹਿਬ ਹੈਜ਼ ਅ ਵੈਰੀ ਸਿਲੈਕਟਿਵ ਡੈਮੋਕ੍ਰੇਸੀ। ਜਿਹੜਾ ਗੁਰੂ ਖਾਲਸਾ ਪੰਥ ਦਾ ਕਨਸੈਪਟ ਹੈ ਵੈਰੀ ਸਿਲੈਕਟਿਵ ਹੈ, ਹਰ ਕੋਈ ਬੰਦਾ ਗੁਰੂ ਖਾਲਸਾ ਨਹੀਂ ਹੋ ਸਕਦਾ। ਉਹ ਜਿਹੜੇ 94 ਸਿੱਖ ਸਨ ਉਹੀ ਪੰਜ ਪਿਆਰੇ ਸਨ ਨਾ, ਉਹ ਚੁਣੇ ਕਿੱਥੋਂ ਹੈ, ਕੀ ਸਿਸਟਮ ਹੈ, ਅਸੀਂ ਮਤਲਬ ਹੋਰ ਕੋਈ ਨੈਕਸਟ ਐਪੀਸੋਡ 'ਚ ਗੱਲ ਕਰ ਸਕਦੇ ਹਾਂ। ਪਰ ਜਿਹੜਾ ਸਾਡਾ ਸਿਸਟਮ ਹੈਗਾ ਉਹ ਬਾਟਮ ਟੂ ਟੌਪ ਹੈਗਾ, ਟੌਪ ਟੂ ਬਾਟਮ ਨਹੀਂ ਹੈਗਾ। ਮਤਲਬ ਬਹੁਤ ਰਾਈਟ ਕਲੀਅਰ, ਸੰਗਤ ਵਿੱਚੋਂ ਹੀ ਕੋਈ ਬੰਦਾ ਨਿਕਲੇਗਾ ਜਿਸ ਨੂੰ ਇਹ ਦਿੱਤੀ ਜਾਏਗੀ ਸੇਵਾ ਕਿ ਤੁਸੀਂ ਇਹ ਸੇਵਾ ਇੰਨੇ ਟਾਈਮ ਤੱਕ ਕਰਨੀ ਹੈ, ਤੇ ਉਸ ਤੋਂ ਬਾਅਦ ਹਾਂਜੀ ਉਹ ਆਪਣੇ ਆਪ ਹਟ ਜਾਏਗਾ। देयर इज नो ਫਿਕਸੇਸ਼ਨ ਓਵਰ ਹੀਅਰ ਇਨ ਸਿੱਖੀਜ਼ਮ, ਕਿਉਂਕਿ ਉਹ ਚੇਂਜ ਹੁੰਦੀ ਰਹਿੰਦੀ ਹੈ। ਫਿਰ देयर इज नो ਐਂਸੈਸਟਰੀ ਕਿ ਨਹੀਂ ਜੀ ਮੇਰਾ ਬੇਟਾ ਹੈ तो उसी ने ਇਹ ਜਾਗੀਰਦਾਰ ਸੰਭਾਲ ਲਈ ਹੈ, ਨਹੀਂ, ਇਹ ਨਹੀਂ ਹੋ ਸਕਦਾ। ਇਟ ਹੈਜ਼ ਟੂ ਬੀ ਕੁਆਲਿਟੀ। ਗੁਰੂ ਸਾਹਿਬ ਨੇ ਵੀ ਕੁਆਲਿਟੀ ਨੂੰ ਤਰਜੀਹ ਦਿੱਤੀ, ਚਾਹੇ ਗੁਰੂ ਸਾਹਿਬਾਨ ਜਿੰਨੇ ਮਰਜ਼ੀ ਉਹਨਾਂ ਦੇ ਬੇਟੇ ਨਹੀਂ ਬਣੇ ਇਨੀਸ਼ੀਅਲੀ, ਜਿਹੜੇ ਨਹੀਂ ਸਨ ਲਾਇਕ ਉਹ ਨਹੀਂ ਬਣੇ, ਗੁਰੂ ਅੰਗਦ ਸਾਹਿਬ ਬਣੇ, ਗੁਰੂ ਅਮਰਦਾਸ ਪਾਤਸ਼ਾਹ ਬਣੇ, ਗੁਰੂ ਰਾਮਦਾਸ ਪਾਤਸ਼ਾਹ ਬਣੇ, ਤੇ ਮਤਲਬ ਐਂਸੈਸਟਰੀ ਦਾ ਵੀ ਕੋਈ ਰੋਲ ਨਹੀਂ ਹੈ। ਬੇਸਿਕਲੀ ਹੈ ਐਜੂਕੇਸ਼ਨ। ਇੱਕ ਬੁੱਕ ਮੈਂ ਪੜ੍ਹ ਰਿਹਾ ਸੀ, ਆਈ ਐਮ ਨਾਟ ਏਬਲ ਟੂ ਰਿਕਾਲ ਇਟ ਰਾਈਟ ਨਾਓ। ਉਹਦੇ ਵਿੱਚ ਕੀ ਹੈ ਕਿ ਮਹਾਰਾਜਾ ਰਣਜੀਤ ਸਿੰਘ, ਮੈਂ ਹੁਣ ਕਰੰਟ ਸਿਸਟਮ ਨਾਲ ਗੱਲ ਕਰਾਂਗਾ, ਬ੍ਰਿਟਿਸ਼ਰਸ ਨੇ ਜਦੋਂ ਸਿੱਖ ਐਮਪਾਇਰ ਉੱਪਰ ਕਬਜ਼ਾ ਕੀਤਾ, ਸਿੱਖ ਐਮਪਾਇਰ 1848 ਤੱਕ ਮਹਾਰਾਜਾ ਰਣਜੀਤ ਸਿੰਘ ਰਹੇ ਨੇ। 1848-49 ਤੋਂ 1848-49 ਦੇ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਾਈ ਤੋਂ 10 ਸਾਲ ਬਾਅਦ ਦੇ ਵਰ ਏਬਲ ਟੂ ਆਕਿਊਪਾਈ ਪੰਜਾਬ, ਵੀ ਈਸਟ ਵੈਸਟ ਪੰਜਾਬ ਹੈ ਜਿੰਨਾ ਵੀ ਪਾਕਿਸਤਾਨ ਜੋ ਵੀ ਹੈਗਾ ਹੁਣ। ਹੁਣ ਹਾਂਜੀ ਉਦੋਂ ਸਭ ਤੋਂ ਪਹਿਲਾਂ ਕੀ ਕੀਤਾ ਹੈ, ਉਹਨਾਂ ਨੇ ਸਿੱਖਾਂ ਦੀਆਂ ਲਾਇਬ੍ਰੇਰੀਆਂ ਕੱਢ ਕੇ, ਬੁੱਕਸ ਕੱਢ ਕੇ ਸਾੜੀਆਂ ਨੇ, ਕਿਉਂਕਿ ਫ੍ਰੈਂਚ ਆਥਰ ਹੈਗਾ ਤੇ ਇੱਕ ਇੰਗਲਿਸ਼ ਆਥਰ ਹੈਗਾ, ਉਹਨੇ ਲਿਖਿਆ ਹੈ ਕਿ ਦ ਐਜੂਕੇਸ਼ਨ ਸਿਸਟਮ ਇਨ ਪੰਜਾਬ ਵਾਜ਼ ਦ ਬੈਸਟ ਸਿਸਟਮ ਅਕ੍ਰੋਸ ਦ ਵਰਲਡ।
ਤੇ ਜਿਹੜੀ ਸਿੱਖੀਜ਼ਮ ਰੂਲ ਕਰ ਰਹੀ ਸੀ ਉਸ ਵੇਲੇ, ਇਹ ਵੈਸਟ ਵਾਲਾ ਜਿਹੜਾ ਕਰੰਟ ਐਜੂਕੇਸ਼ਨ ਸਿਸਟਮ ਨਹੀਂ ਸੀਗਾ। ਉਹ ਐਜੂਕੇਸ਼ਨ ਹਾਂਜੀ ਸਿਸਟਮ ਕਿੱਥੋਂ ਆਇਆ? ਉਹ ਲੋਕਲ ਜਿਹੜਾ ਸੱਭਿਆਚਾਰਕ ਐਜੂਕੇਸ਼ਨ ਸਿਸਟਮ ਸੀਗਾ, ਪਲੱਸ ਦਾ ਐਜੂਕੇਸ਼ਨ ਸਿਸਟਮ ਆਫ ਗੁਰੂ ਗ੍ਰੰਥ ਸਾਹਿਬ। ਠੀਕ ਹੈ, ਉਹ ਬਹੁਤ ਇੰਪੋਰਟੈਂਟ ਹੈਗਾ ਸਾਨੂੰ। ਹੁਣ ਅਸੀਂ ਕਰ ਕੀ ਸਕਦੇ ਹਾਂ? ਰਾਜ ਬੰਦਾ ਕਿਵੇਂ ਲੈ ਸਕਦਾ ਹੈ? ਸਭ ਤੋਂ ਪਹਿਲਾਂ ਹੈਗਾ ਜੀ, ਇਸ ਵੇਲੇ ਅਸੀਂ ਇੱਕ ਪਾਰਲੀਮੈਂਟਰੀ ਸੈਟਅਪ ਦੇ ਅੰਦਰ ਹੈਗੇ ਹਾਂ। ਹੁਣ ਇਸ ਸੈਟਅਪ ਵਿੱਚ ਸਭ ਤੋਂ ਪਹਿਲਾਂ ਅਸੀਂ ਕੀ ਕਰ ਸਕਦੇ ਹਾਂ? ਜਿੰਨੇ ਵੀ ਸਾਡੇ ਗੁਰਦੁਆਰੇ ਨੇ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਐਥਿਕਸ ਦੇ ਖਿਲਾਫ ਗੱਲ ਹੋ ਰਹੀ ਹੈ, 99.99% ਗੁਰਦੁਆਰਾ, ਉਸ ਵਿੱਚ ਅੱਛੇ ਲੋਕਾਂ ਨੂੰ ਆਉਣਾ ਚਾਹੀਦਾ ਵਿਦ ਦਾ ਪੁਰਾਤਨ ਸਿਸਟਮ, ਕਿ ਸਿਲੈਕਸ਼ਨ ਦੇ ਮੋਡ 'ਚ ਆਉਣ, ਉਹਨੂੰ ਕੰਮ ਕਰਨ, ਤੇ ਜਿਹੜੇ ਐਥਿਕਸ ਨੇ, ਜਿਹੜੇ ਵੈਲਿਊ, ਜਿਹੜੀ ਸੇਵਾ ਹੈ, ਜਿਹੜੀ ਸਾਂਝੀ ਵਾਲਤਾ ਹੈ, ਉਸ ਨੂੰ ਸਪਰੈਡ ਕਰਨ। ਤੇ ਆਪਾਂ ਕਹਿੰਦੇ ਆ ਜੀ ਅਸੀਂ ਪੋਲਿਟਿਕਸ ਤੋਂ ਕੀ ਲੈਣਾ ਹੈ, ਤੇ ਫਿਰ ਮੇਰੀ ਪੀਰੀ ਪਾਤਸ਼ਾਹ ਨੂੰ ਕੀ ਕਹੋਗੇ? ਪੰਥ ਸੋ ਆਪਾਂ ਨਹੀਂ ਮੰਨਾਂਗੇ ਉਹਨਾਂ ਨੂੰ। ਮੇਰੀ ਪੀਰੀ ਪਾਤਸ਼ਾਹ ਨੇ ਤੇ 6ਵੇਂ ਪਾਤਸ਼ਾਹ ਨੇ ਤੇ ਦੇ ਦਿੱਤਾ ਸੀਗਾ ਕਿ ਤੁਹਾਡੀ ਬਹੁਤ ਅੱਛੀ ਗੱਲ ਹੈ, ਦਰਬਾਰ ਸਾਹਿਬ ਬੈਠੋ ਤੇ ਅਕਾਲ ਤਖਤ ਸਾਹਿਬ ਨਹੀਂ ਦਿਖਦਾ, ਅਕਾਲ ਤਖਤ ਸਾਹਿਬ ਬੈਠੋ ਤੇ ਦਰਬਾਰ ਸਾਹਿਬ ਦਿਖਦਾ ਹੈ। ਉਹਦਾ ਰੀਜ਼ਨ ਹਾਂਜੀ ਹੈਗਾ ਕਿਉਂਕਿ ਜਦੋਂ ਤੁਸੀਂ ਕੋਈ ਪੋਲੀਟੀਕਲ ਜਾਂ ਤੁਸੀਂ ਕੋਈ ਸੋਸ਼ਲ ਗੱਲ ਕਰੋਗੇ, ਤੁਹਾਨੂੰ ਐਥਿਕਸ ਗੁਰੂ ਗ੍ਰੰਥ ਸਾਹਿਬ ਦੇ ਯਾਦ ਰਹਿਣੇ ਚਾਹੀਦੇ ਨੇ। ਸੋ ਦਿਸ ਇਜ਼ ਰਾਈਟ ਵੈਰੀ ਇੰਪੋਰਟੈਂਟ। ਤੇ ਉਹ ਹੁਣ ਇਹ ਤੇ ਸੀਗਾ ਕਿ ਵਾਟ ਵੀ ਹੈਵ ਡਨ, ਹਾਊ ਵੀ ਕ੍ਰੀਏਟਡ। ਬੇਸਿਕ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਦੇ ਵੈਲਿਊਜ਼ ਤੇ ਸਾਡਾ ਕਿਰਦਾਰ। ਇਫ ਵੀ ਆਰ ਏਬਲ ਟੂ ਵਰਕ ਔਨ ਦਿਸ, ਵਿਲ ਬੀ ਏਬਲ ਟੂ ਟੇਕ ਇਟ। ਮੈਂ ਗੱਲ ਪਿੱਛੇ ਲਿਖੀ ਸੀ, ਉਹ ਮੈਂ ਜ਼ਰੂਰ ਕੋਟ ਕਰਾਂਗਾ। ਵੱਡਾ ਘੱਲੂਘਾਰਾ ਹੋਇਆ ਹੈ 5 ਫਰਵਰੀ 1962 ਵਿੱਚ, ਤੇ ਉਸ ਵਿੱਚ ਮੰਨਿਆ ਜਾਂਦਾ ਹੈ 30,000 ਤੋਂ 50,000 ਤੱਕ ਸਿੱਖ ਜਾਨਾਂ ਗਈਆਂ ਨੇ, ਇਨਕਲੂਡਿੰਗ ਸਿੱਖ ਜਨਰਲਸ, ਸਿੱਖ ਸੋਲਜਰਸ, ਸਿੱਖ ਮਾਵਾਂ, ਸਿੱਖ ਬੱਚੇ, ਸਿੱਖ ਬੀਬੀਆਂ। 25-30,000 ਮੰਨਿਆ ਜਾਂਦਾ ਹੈ, ਕੁਝ 50,000 ਵੀ ਕੋਟ ਕਰਦੇ ਨੇ। ਤੇ ਉਸ ਤੋਂ ਬਾਅਦ ਅਬਦਾਲੀ ਵਾਪਸ ਪਰਤ ਜਾਂਦਾ ਹੈ ਕਿਉਂਕਿ ਉਹ ਡਿਸਟਰਬ ਵੀ ਹੁੰਦਾ, ਉਹ ਜਿੱਤ ਨਹੀਂ ਸਕਦਾ ਸਿੱਖਾਂ ਨੂੰ। ਤੇ ਉਹਦੇ 2 ਮਹੀਨੇ ਕੁ ਬਾਅਦ ਉਹ ਸਿੱਖਾਂ ਨੂੰ ਇੱਕ ਆਫਰ ਭੇਜਦਾ ਹੈ ਕਿ ਹਾਂਜੀ ਇੱਕ ਕੰਮ ਕਰੋ, ਤੁਸੀਂ ਰਾਜ ਕਰੋ ਇਸ ਖਿੱਤੇ ਉੱਪਰ, ਮੈਨੂੰ ਆਪਣਾ ਬਾਦਸ਼ਾਹ ਸਵੀਕਾਰ ਕਰ ਲਓ ਤੇ ਤੁਸੀਂ ਇਸ ਉੱਪਰ ਰਾਜ ਕਰੋ। ਲੈਂਡਸ ਤੁਹਾਡੇ ਹੋਣਗੇ, ਤੁਸੀਂ ਮੈਨੂੰ ਸਿਰਫ ਕੁਝ ਹਿੱਸਾ ਰਸਦ ਦਾ ਤੇ ਕੁਝ ਟੈਕਸੇਸ਼ਨ ਵੱਲੋਂ ਅਮਾਉਂਟ ਦੇ ਦੇਣਾ। ਇਹ ਇੱਕ ਕਿਸੇ ਬੰਦੇ ਦੇ ਥਰੂ ਇੱਕ ਇਹ ਉਹ ਭੇਜਦਾ ਹੈਗਾ ਆਪਸ਼ਨ ਸਿੱਖਾਂ ਨੂੰ। ਤੇ ਉਸ ਜਗ੍ਹਾ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਚੜ੍ਹਤ ਸਿੰਘ ਜੀ ਤੇ 2-3 ਸਿੰਘ ਹੋਰ ਹੁੰਦੇ ਨੇ। ਜਦੋਂ ਉਹਨਾਂ ਕੋਲ ਇਹ ਹਾਂਜੀ ਚੀਜ਼ ਪਹੁੰਚਦੀ ਹੈ ਤੇ ਉਸ ਵੇਲੇ ਨਾ ਤੇ ਜੱਸਾ ਸਿੰਘ ਰਾਮਗੜੀਆ ਉੱਥੇ ਹੁੰਦੇ ਨੇ, ਨਾ ਜੱਸਾ ਸਿੰਘ ਆਹਲੂਵਾਲੀਆ ਉੱਥੇ ਹੁੰਦੇ। ਹਾਂਜੀ ਉਹ 5 ਸਿੰਘ ਬੈਠ ਕੇ ਵਿਚਾਰ ਕਰਦੇ ਨੇ ਤੇ ਉਸ ਚੀਜ਼ ਨੂੰ ਮਨਾ ਕਰ ਦਿੰਦੇ ਨੇ। ਹੁਣ ਇਸ 'ਚ ਬੜੀ ਇੰਪੋਰਟੈਂਟ ਚੀਜ਼ ਹੈ, ਬੇਸ਼ੱਕ ਉੱਥੇ ਹੋਰ ਵੱਡੇ ਜਰਨੈਲ ਪ੍ਰੈਜ਼ੈਂਟ ਨਹੀਂ ਸਨ, ਪਰ ਸਿੱਖ ਇੱਕ ਲੀਡਰ ਤੇ ਬਾਕੀ ਸਿੱਖ ਇੰਨੇ ਤਗੜੇ ਸਨ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਵਿੱਚ ਤੇ ਆਪਣੇ ਕਿਰਦਾਰ ਵਿੱਚ ਕਿ ਉਹਨਾਂ ਨੇ ਗੁਰੂ ਸਾਹਿਬ ਦੇ ਗਿਆਨ ਦੀ ਰੋਸ਼ਨੀ ਵਿੱਚ ਜੋ ਫੈਸਲਾ ਕੀਤਾ ਉਹ ਬਾਕੀਆਂ ਨੇ ਮੰਨਿਆ, ਕਿਸੇ ਨੇ ਕੁਐਸਚਨ ਨਹੀਂ ਕੀਤਾ। ਹੋਰ ਉਹ ਜਦੋਂ ਰਿਟਰਨ ਹੋਈ ਹੈ ਤੇ ਉਹਨਾਂ ਨੇ 2 ਲਾਈਨਾਂ ਕਹੀਆਂ ਨੇ। ਉਹ 2 ਲਾਈਨਾਂ ਕੀ ਨੇ? ਉਹ ਕਹਿੰਦੇ ਨੇ, ਸ਼ਾਇਦ ਰਤਨ ਸਿੰਘ ਪੰਗੂ ਜੀ ਨੇ ਕੋਟ ਕੀਤਾ, ਉਹ ਕਹਿੰਦੇ ਨੇ ਕਿ ਮੰਗ ਕੇ ਰਾਜ ਲਿਆ ਨਹੀਂ ਜਾਂਦਾ ਤੇ ਮੰਗਤਿਆਂ ਕੋਲੋਂ ਹੁੰਦਾ ਨਹੀਂ। ਮਤਲਬ ਮੰਗ ਕੇ ਰਾਜ ਲਿਆ ਨਹੀਂ ਜਾਂਦਾ ਕਿ ਹੋਰ ਮੰਗਤੇ ਮਤਲਬ ਜਿਹੜੇ ਬੈਗਰਸ ਹੁੰਦੇ ਨੇ ਉਹਨਾਂ ਕੋਲ ਰਾਜ ਕੀਤਾ ਨਹੀਂ ਰਾਈਟ ਜਾਂਦਾ। ਤੇ ਉਹਦਾ ਹਾਂਜੀ ਮਤਲਬ ਹੈ ਕਿ ਐਫਰਟ ਤੇ ਕਰਨਾ ਪਏਗਾ ਸਾਨੂੰ ਆਪਣੀ ਐਜੂਕੇਸ਼ਨ ਉੱਪਰ। ਹੋਰ ਪਹਿਲੋਂ ਆਪਨੂੰ ਚੈਰਿਟੀ ਬਿਗਿਨਸ ਐਟ ਹੋਮ। ਅਸੀਂ ਪਹਿਲਾਂ ਆਪਣੇ ਆਪ ਨੂੰ ਸੁਧਾਰੀਏ, ਠੀਕ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪਹਿਲਾ ਮਨ ਪ੍ਰਬੋਧੇ ਆਪਣਾ ਪਾਛੇ ਅਵੇ ਰਜਾਵੇ। ਉਹ ਬਹੁਤ ਇੰਪੋਰਟੈਂਟ ਹੈ। ਪਹਿਲਾਂ ਆਪ ਠੀਕ ਹੋਈਏ, ਫਿਰ ਆਪਣੇ ਫਰੈਂਡ ਸਰਕਲਸ ਗਰੁੱਪ ਨੂੰ ਠੀਕ ਕਰੀਏ, ਐਜੂਕੇਸ਼ਨ ਕਰੀਏ। ਲੜਾਈਆਂ ਹਮੇਸ਼ਾ ਰਹਿਣਗੀਆਂ, ਕੁਝ ਮਸਲੇ ਹਮੇਸ਼ਾ ਰਹਿਣਗੇ, ਉਹ ਖਤਮ ਨਹੀਂ ਹੋ ਸਕਦੇ। ਉਹਨਾਂ ਮਸਲਿਆਂ ਨੂੰ ਹਾਂਜੀ ਸਾਈਡ ਕਰਕੇ ਜਿਹੜੀ 80% 85% ਜਿਹੜੀ ਯੂਨਾਈਟਿਡ ਮਸਲੇ ਜਿਸ ਉੱਪਰ ਅਸੀਂ ਯੂਨਾਈਟਿਡ ਹੈਗੇ ਆ, ਉਹਨਾਂ ਮਸਲਿਆਂ ਨੂੰ ਲੈ ਕੇ ਆਪਾਂ ਆਪਣੀ ਇੱਕ ਸੋਚ ਦੇ ਸਕਦੇ ਹਾਂ ਸੰਸਾਰ ਦੇ ਭਲੇ ਵਾਸਤੇ। ਜੇ ਸੰਸਾਰ ਦਾ ਭਲਾ ਕਰਨਾ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਤੋਂ ਹੀ ਹੋ ਸਕਦਾ ਹੈ, ਕਿਉਂਕਿ ਉਸ 'ਚ ਮੁਸਲਮਾਨ ਨੂੰ ਵੀ ਜਗ੍ਹਾ ਹੈ, ਉਸ 'ਚ ਬ੍ਰਾਹਮਣ ਨੂੰ ਵੀ ਜਗ੍ਹਾ ਹੈ, ਉਸ 'ਚ ਸ਼ੂਦਰ ਨੂੰ ਵੀ ਜਗ੍ਹਾ ਹੈ, ਨਾਈ ਨੂੰ ਵੀ ਜਗ੍ਹਾ ਹੈ ਤੇ ਖੱਤਰੀ ਨੂੰ ਵੀ ਜਗ੍ਹਾ ਹੈਗੀ। ਬਿਲਕੁਲ ਸੱਚ ਹੈ ਜੀ, ਬਿਲਕੁਲ ਸੱਚ ਹੈ। ਤੇ ਆਪ ਜੀ ਦੀ ਜਿੰਨੇ ਵੀ ਗੱਲਾਂ ਸੀ ਉਹ ਕਾਫੀ ਇਨਫੋਰਮੇਟਿਵ ਸੀਗੀਆਂ ਐਂਡ ਆਈ ਐਮ ਸ਼ੋਰ ਕਿ ਜੋ ਆਪ ਜੀ ਨੇ ਗੱਲਾਂ ਕੀਤੀਆਂ ਹਲੇ ਤੇ ਆਪ ਜੀ ਨੇ ਸਿਰਫ ਉੱਪਰੋਂ ਦੀ ਸਾਨੂੰ ਗੱਲਾਂ ਦੇ ਬਾਰੇ ਦੱਸਿਆ ਤੇ ਹਲਕਾ ਜਿਹਾ ਆਪਾਂ ਡੈਪਥ 'ਚ ਗਏ, ਕਿਉਂਕਿ ਅਗਰ ਅਸੀਂ ਹੋਰ ਡਿਟੇਲ 'ਚ ਜਾਈਏ ਤਾਂ ਸਾਡੀ ਵੀਡੀਓ ਕਾਫੀ ਹੋਰ ਲੰਬੀ ਹੋ ਜਾਏਗੀ। ਤੇ ਮੈਂ ਵਿਊਅਰਸ ਨੂੰ ਵੀ ਬੇਨਤੀ ਕਰਾਂਗਾ ਕਿ ਅਗਰ ਕਿਸੇ ਨੂੰ ਕੋਈ ਸਵਾਲ ਵੀ ਹੋਵੇ ਤਾਂ ਉਹ ਕਮੈਂਟਸ ਦੇ ਵਿੱਚ ਛੋੜ ਸਕਦਾ। ਤੇ ਅਗਰ ਆਪ ਜੀ ਦੀ ਵੀਡੀਓ ਦੇ ਰਿਲੇਟਡ ਕੋਈ ਵੀ ਸਾਡੇ ਕੋਲ ਸਵਾਲ ਆਉਂਦਾ ਤੇ we should get back to you, है ना, कि आप जी ने मैं Definitely, वापस वो even क्वेश्चन पूछना even चाहूंगा फिर। even we can arrange. See, I'm in Delhi.
ਸੋ ਫॉर Right. ਪੰਜਾਬ ਫॉर ਦਿੱਲੀ ਅਗਰ 10 ਵੀਰ 15 ਵੀਰ ਕੁਝ ਮੇਰੀਆਂ ਭੈਣਾਂ ਇਕੱਠੇ ਹੋ ਕੇ ਚੀਜ਼ਾਂ ਨੂੰ ਸਮਝਣੀਆਂ ਚਾਹੁੰਦੀਆਂ ਨੇ, ਵੀ ਹੈਵ ਗ੍ਰੇਟ ਯੰਗਸਟਰਸ ਵਰਕਿੰਗ ਇਨ ਪੰਜਾਬ ਐਂਡ ਅਦਰ ਪਲੇਸਿਸ ਹੂਮ ਆਈ ਨੋ, ਜਿਨ੍ਹਾਂ ਨੇ ਮਤਲਬ Alright. ਇੱਕ ਟੌਪਿਕ ਉੱਪਰ ਉਹ ਐਸੀ ਚਾਨਣਾ ਪਾ ਰਹੇ ਨੇ ਆਪਣੀ ਸਟੱਡੀ ਕਰਕੇ, ਜਿਨ੍ਹਾਂ ਕੋਲ ਅਸੀਂ ਵੀ ਸਿੱਖ ਰਹੇ ਹਾਂ। ਤੇ ਆਪਾਂ Alright. ਮਤਲਬ ਇੱਕ ਵਰਕਸ਼ਾਪਸ ਵੀ ਕਰ ਸਕਦੇ ਹਾਂ, ਕਿਉਂਕਿ ਸੀ ਬੇਸਿਕ ਚੀਜ਼ ਇਜ਼ ਐਜੂਕੇਸ਼ਨ। ਹੋਰ Right. ਸਾਡੇ ਉੱਪਰ ਕੀ ਦਾਇਿਤਵ ਹੈ, ਦੇਖੋ ਅਸੀਂ ਬਹੁਤ ਕਲੀਅਰ ਹਾਂ ਕਿ ਆਈ ਮੇ ਨਾਟ ਬੀ ਏਬਲ ਟੂ ਰੂਲ, ਐਂਡ ਆਈ ਐਮ ਵੈਰੀ ਫਰੈਂਕ, ਗੁਰੂ ਸਾਹਿਬ ਨੇ ਸ਼ਾਇਦ ਮੈਨੂੰ ਨਹੀਂ ਬਣਾਇਆ ਰੂਲ ਕਰਨ ਵਾਸਤੇ, ਪਰ ਗੁਰੂ ਸਾਹਿਬ ਮੇਰੇ ਕੋਲ ਇਹ ਸੇਵਾ ਲੈ ਸਕਦੇ ਨੇ ਕਿ ਵੀ ਕੈਨ ਐਜੂਕੇਟ ਹਾਊ ਟੂ ਰੂਲ। ਠੀਕ ਹੈ। Right. ਰਾਈਟ। It- ਤੇ ਇਸ ਵੀਡੀਓ ਦਾ ਵੀ ਆਬਜੈਕਟਿਵ ਇਹ ਹੈ ਕਿ ਵਨ ਇਜ਼ ਐਜੂਕੇਟ। ਹੁਣ ਮੇਰੇ ਵਰਗੇ ਜੋ ਸਿੰਘ ਨੇ ਹਜੇ ਸਿੱਖਣ ਦੀ ਕੋਸ਼ਿਸ਼ ਜੋ ਕਰਦੇ ਪਏ ਨੇ, ਉਹਨਾਂ ਵਾਸਤੇ ਐਜੂਕੇਸ਼ਨ ਹੋ ਗਈ ਹੈ। ਤੇ ਜੋ ਹੋਰ ਆਪ ਜੀ ਵਰਗੇ ਸਿੰਘ ਨੇ ਜਿਨ੍ਹਾਂ ਨੂੰ ਆਲਰੇਡੀ ਗਿਆਨ ਹੈ ਤੇ ਹੋਰ ਵੀ ਵਰਕਸ਼ਾਪਸ ਅਟੈਂਡ ਕੀਤੀਆਂ ਹੋਈਆਂ, ਉਹਨਾਂ ਨੂੰ ਕੈਲੀਬ੍ਰੇਟ ਕਰਨ ਦੀ ਵੀ ਲੋੜ ਹੈ ਕਿ ਆਪਸ ਵਿੱਚ, ਕਿਉਂਕਿ ਇੰਨੇ ਸਾਰੇ ਸਿੱਖ ਨੇ, ਅਗਰ ਅਲੱਗ-ਅਲੱਗ ਸੋਚ ਲਈਏ ਤਾਂ ਸਾਨੂੰ ਯੂਨਾਈਟਿਡ ਹੋਣ 'ਚ ਥੋੜਾ ਜਿਹਾ ਟਾਈਮ ਲੱਗੇਗਾ, ਲੇਕਿਨ ਅਗਰ ਅਸੀਂ ਆਪਸ 'ਚ ਗੱਲ ਕਰਕੇ ਯੂਨਾਈਟ ਹੋ ਜਾਈਏ ਤਾਂ ਆਈ ਐਮ ਸ਼ੋਰ ਸਾਡੀ ਪਾਵਰ ਹੋਰ ਇੰਕਰੀਜ਼ ਹੋਏਗੀ। ਨਾਓ ਵੈਨ ਆਈ ਸੇ ਪਾਵਰ ਇੰਕਰੀਜ਼ ਹੋਣਾ ਦਾ ਮਤਲਬ ਇਹ ਨਹੀਂ ਕਿ ਸਾਡੀ ਇੱਕ ਪ੍ਰੋਪਰ ਇੱਕ ਧਰਮ ਦੀ, ਇੱਕ ਕਮਿਊਨਿਟੀ ਦੀ ਪਾਵਰ ਇੰਕਰੀਜ਼ ਹੁੰਦੀ ਪਈ ਹੈ। ਅਗਰ ਸਿੱਖਾਂ ਦੀ ਪਾਵਰ ਇੰਕਰੀਜ਼ ਹੁੰਦੀ ਹੈ ਤਾਂ ਸਮਝ ਲਓ ਹਿਊਮੈਨਿਟੀ ਦੀ ਪਾਵਰ ਇੰਕਰੀਜ਼ ਹੁੰਦੀ ਪਈ ਹੈ। ਸਰ ਤੇ ਸਿੱਖੀ ਦਾ ਆਦਰਸ਼ ਹਿਊਮੈਨਿਟੀ ਸਰਬੱਤ ਦਾ ਭਲਾ ਹੈ, ਤੁਸੀਂ right, ਠੀਕ ਬੇਸ਼ੱਕ ਇੱਕਦਮ ਠੀਕ ਕਹਿ ਰਹੇ ਹੋ ਕਿ ਸਰਬੱਤ ਦੇ ਹਾਂਜੀ, ਭਲੇ ਵਾਸਤੇ ਸਾਨੂੰ ਸਾਂਝ ਪਾਣੀ ਪਵੇਗੀ। ਤੇ ਰਾਈਟ, ਗੁਰੂ ਸਾਹਿਬ ਬਖਸ਼ਿਸ਼ ਕਰਨ, ਚਾਹੇ ਕੋਈ ਸਿੱਖ ਆਈਐਸ ਬਣੇ, ਵਕੀਲ ਬਣੇ, ਤੇ ਗੱਲ ਉਹ ਸਰਬੱਤ ਦੇ ਭਲੇ ਦੀ ਕਰੇ, ਦੈਨ ਵੀ ਆਰ ਐਟ ਦ ਬੈਕ ਐਂਡ ਸਟੈਂਡਿੰਗ ਐਂਡ ਸਪੋਰਟਿੰਗ ਆਲਵੇਜ਼। ਗ੍ਰੇਟ 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 ਵੀਰ ਜੀ। ਤੇ ਇਨ ਕੇਸ ਸਾਡੇ ਕੋਲ ਕੋਈ ਕੁਐਸਚਨਸ ਆਉਂਦੇ ਆ ਤੇ ਵੀ ਸ਼ੈਲ ਗੈਟ ਬੈਕ ਟੂ ਯੂ। ਆਪਾਂ ਹੋਰ ਵੀ Definitely, ਕੋਸ਼ਿਸ਼ and I ਕਰਾਂਗੇ would like ਫੀਚਰ to ਦੇ ਵਿੱਚ। congratulate. ਹਾਂਜੀ, I would like to congratulate you and the entire team of this channel कि ਤੁਸੀਂ ਇੱਕ ਐਸੀ discussions ਲਿਆ ਕੇ platforms create ਕਰ ਰਹੇ ਹੋ, because ਰਾਈਟ, technology is there, and we can have a right use and spread the right things. I may be wrong, कुछ चीज़ें मैं गलत भी बोल सकता हूँ, there can be discussions on that, because I'm also a learner, I'm not God, I will make mistakes. ਰਾਈਟ, And there can be disagreement। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਆਪਾਂ ਕੋਈ ਵੀ ਕੰਮ ਸ਼ੁਰੂ ਕਰਨਾ ਹੈ ਨਾ ਪੰਥ ਦਾ, ਤੇ ਆਪਾਂ ਹਮੇਸ਼ਾ ਕਹਿੰਦੇ ਹਾਂ ਹਾਂਜੀ, ਕਿ we should agree to disagree। So if we do that, then ਆਪਾਂ ਆਪਣੇ ਮਾਈਂਡਸ ਨੂੰ ਬਲੌਕ ਨਹੀਂ ਕਰਦੇ, ਤੇ ਓਪਨ ਮਾਈਂਡ ਨਾਲ ਆਪਾਂ ਇਕੱਠੇ ਹੋ ਕੇ ਕੰਮ ਕਰ ਸਕਦੇ ਰਾਈਟ। ਤੇ ਉਹਦੇ ਵਿੱਚ ਹੀ ਸਭ ਤੋਂ ਬੈਸਟ ਲਰਨਿੰਗ ਐਂਡ ਬੈਸਟ ਆਊਟਪੁੱਟ ਵੀ ਹੋਏਗਾ। ਹਾਂ। ਗ੍ਰੇਟ ਵੀਰ ਜੀ। ਤੇ ਆਪ ਜੀ ਦਾ ਮੈਂ Nice, ਕਾਫੀ nice. ਸਮਾਂ Thank ਲੈ you, ਲਿਆ Paramjit Singh ji. It is very nice ਤੇ connecting with you after so long. And ਸ਼ੋਰ, I am there. Anytime in future we'll meet or any more topics coming in, I'm there. Whatever I've learned, I can share my experiences. ਗ੍ਰੇਟ। ਥੈਂਕ ਯੂ ਸੋ ਮਚ ਆਪਣੇ ਟਾਈਮ ਵਾਸਤੇ ਵੀਰ ਜੀ। ਆਪਾਂ ਫਿਰ ਸ਼ੋਰ ਇਨ ਟੱਚ ਰਵਾਂਗੇ ਤੇ ਜਲਦੀ ਹੀ ਦੁਬਾਰਾ ਕਨੈਕਟ ਕਰਦੇ ਹਾਂ। ਆਪ ਜੀ ਨੂੰ बहुत ਰਿਕੁਐਸਟ ਹੈਗੀ बहुत ਕਿ ਆਪ ਜੀ ਸਾਡੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਓ, ਤੇ ਸਾਡਾ ਫੇਸਬੁੱਕ ਦਾ ਪੇਜ ਹੈ ਉਹਨੂੰ ਵੀ ਲਾਈਕ ਕਰੋ, ਤਾਂ ਕਿ ਆਪ ਜੀ ਨੂੰ ਰੈਗੂਲਰ ਨੋਟੀਫਿਕੇਸ਼ਨਸ ਵੀ ਮਿਲਦੇ ਰਹਿਣ। ਤੇ ਐਜ਼ ਯੂ ਮੈਂਸ਼ਨ ਕਿ ਵੀ ਸਾਰੇ ਕੋਲੋਂ ਫੀਡਬੈਕ ਮਿਲਣਾ ਵੀ ਜ਼ਰੂਰੀ ਹੈ, ਤੇ ਸੰਗਤ ਜੋ ਹੈ ਉਹ ਇਸ ਸੋਸ਼ਲ ਮੀਡੀਆ ਦੇ ਥਰੂ ਹੀ ਸਾਨੂੰ ਫੀਡਬੈਕ ਵੀ ਦੇਗੀ। ਤੇ ਆਪ ਜੀ ਨੂੰ ਰਿਕੁਐਸਟ ਹੈ हाँ ਕਿ जी, हाँ ਆਪ ਜੀ ਨੇ जी। ਵੀ ਅਗਰ ਕੋਈ ਫੀਡਬੈਕ ਫਿਊਚਰ 'ਚ ਕਦੀ ਸ਼ੇਅਰ ਕਰਨਾ ਹੋਏ ਤੇ ਪਲੀਜ਼ ਯੂ ਡੂ ਇਟ ਥਰੂ YouTube ਐਂਡ Facebook। ਤੇ ਆਫ ਕੋਰਸ Sure, sure, ਡਾਇਰੈਕਟਲੀ ਇਨ ਟੱਚ, ਲੇਕਿਨ ਅਗਰ ਆਪ ਜੀ ਸੋਸ਼ਲ ਮੀਡੀਆ ਦੇ ਥਰੂ ਕਰੋ ਤਾਂ ਸਾਰਿਆਂ ਦੇ ਵਿੱਚ ਗੱਲ ਸਾਹਮਣੇ ਆਉਂਦੀ ਹੈ। ਅਗਰ ਤੁਸੀਂ sure, ਪਰਸਨਲੀ ji, ਮੈਨੂੰ sure. ਕਰੋਗੇ ਤਾਂ ਸ਼ਾਇਦ ਮੇਰੇ ਕੋਲ ਹੀ ਰਵੇ ਜਾਂ ਮੈਂ ਉਹਨੂੰ ਮੋਲਡ ਕਰਦਾ, ਲੇਕਿਨ ਜਦੋਂ ਉਹ ਪਬਲਿਕ ਦੇ ਵਿੱਚ ਆਏ ਤਾਂ ਉਹਦਾ ਹੋਰ ਬੈਸਟ ਰਿਜ਼ਲਟ ਆਉਂਦਾ, ਕਿਉਂਕਿ ਉਹਦੇ ਵਿੱਚ ਫਿਰ ਸਾਰੇ ਲੋਕ ਆਪਣੇ ਆਪਣੇ ਇਨਪੁਟਸ ਦਿੰਦੇ ਨੇ। Definitely, definitely, ji. So nice of you. ਗ੍ਰੇਟ, ਥੈਂਕ ਯੂ ਸੋ अच्छा ਮਚ जी, ਵੀਰ जी, ਜੀ। ਫਿਰ okay जी। वाहिगुरु जी का खालसा, वाहिगुरु जी की फतेह।